जन्म मरण दुख जाय, होवै सिफत खसम दी। नूर अरसों कुरसों चट्टीऐ, तुद डिठे सच्चे पातशाह। मल जन्म जन्म दी कट्टीऐ, सज्जन सच्चा पातशाहो। सिर शाहां दा शाहो, जिस पास बैठिया सोही है सपना दा विसाहो। वाहिगुरु साहिब जीओ। श्लोक महला पहला। रूपै कामै दोस्ती, भुखै साधै गंढ। लबै मालै घोल मिल मिचल, ऊँघै सौड़ पलंघ। रूपै कामै दोस्ती, भुखै साधै गंढ। लबै मालै घोल मिल मिचल, ऊँघै सौड़ पलंघ। भौंकै कोप खुआर होए, फक्कड़ पिट्टे अंध। चुप्पै चंगा नानका, विण नावै मोहे गंध। महला पहला। राज माल रूप जात जोबन, पंजे ठग। इन्नी ठगी जग ठगिया, किनै न रखी लज। इन्ना ठगन ठग से, जे गुर की पैरी पाहे। नानक करमां बाहरे, होर केते मुठे जाहे। पौड़ी। पढ़िया लेखेदार लेखा मंगीऐ, विण नावै कूड़ियार औखा तंगीऐ। आओ घट रुद्धे राह, गलियां रोकियां। सच्चा वे परवाहो, शब्द संतोखियां। गहिर गंभीर अथाहो, हाथ न लभई। मोहे मोहे चोटां खाहो, विण गुर कोय न छुटसी। पत सेती घर जाहो, नाम वखाणीऐ। हुक्मी साह गिराहा देंदा जाणीऐ। पत सेती घर जाहो, नाम वखाणीऐ। हुक्मी साह गिराह देंदा जाणीऐ। वाहिगुरु जी का खालसा, वाहिगुरु जी की फतेह। दीन दुनिया दे मालक, चबर छतर तख्त दे मालक, दसां पातशाहियां दी जोत, गुरियाई गद्दी ते सुभाईमान धन धन साहिब सतगुरु श्री गुरु ग्रंथ साहिब जी महाराज, उन्हां दे पावन पवित्र चरनां विच सतसंगत दे विच हाजरियां लवा रहे गुरु सवारे खालसा जीओ। वडभागे हाँ जो बादशाह दरवेश बरदो आलम शाह, नीले दे शाह सवार चिट्टियां बाजां वाले पातशाह मर्द गमड़े धन धन साहिब श्री गुरु गोबिंद सिंह जी महाराज, उन्हां दे महान पावन पवित्र स्थान खालसा जी दी जन्म भूमि प्रगट स्थान तख्त श्री केसगढ़ साहिब जी विखे हाज़र हो के गुरु चरनां विच बैठ के पावन इलाही बाणी दी शब्द विचार कथा सरवण कर रहे हैं। वडभागे हाँ
ਆਸਾ ਕੀ ਵਾਰ ਦਾ ਅੰਮ੍ਰਿਤਮਈ ਕੀਰਤਨ ਗੁਰੂ ਸਵਾਰੇ ਕੀਰਤਨੀਆਂ ਦੀ ਰਸਨਾ ਤੋਂ ਆਪ ਨੇ ਸਰਵਣ ਕੀਤਾ ਹੈ। ਹੁਣ ਜੋ ਸ਼ਬਦ ਆਪ ਜੀ ਨੇ ਸੁਣਿਆ ਹੈ, ਜਿਸ ਦੀ ਵਿਚਾਰ ਅਸੀਂ ਕਰਨੀ ਹੈ, ਇਹ ਪਵਿੱਤਰ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 1288 ਅੰਗ ਉੱਤੇ ਸੁਭਾਇਮਾਨ ਹੈ। ਮਲਾਰ ਰਾਗ ਦੇ ਅੰਦਰ ਮਲਾਰ ਕੀ ਵਾਰ ਚੱਲ ਰਹੀ ਹੈ, ਜਿਸ ਦੀਆਂ 22 ਪੌੜੀਆਂ ਪਿਛਲੇ ਦਿਨਾਂ ਵਿੱਚ ਆਪ ਨੇ ਸੁਣ ਲਈਆਂ ਹਨ। ਅੱਜ ਅਸੀਂ 23ਵੀਂ ਪੌੜੀ ਅਤੇ ਉਸ ਦੇ ਨਾਲ ਜੋ 2 ਸ਼ਲੋਕ ਹਨ ਉਹਨਾਂ ਦੀ ਵਿਚਾਰ ਸਰਵਣ ਕਰਨੀ ਹੈ। ਆਓ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਵਾਈਏ, ਇਕਾਗਰਤਾ ਦੇ ਨਾਲ ਸਾਰੇ ਇੱਕ ਵਾਰ ਸਤਿਗੁਰੂ ਜੀ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਓ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਪਹਿਲਾ। ਗੁਰੂ ਸਵਾਰੇ ਅਤੀ ਸਤਿਕਾਰਯੋਗ ਖਾਲਸਾ ਜੀਓ, ਸ਼ਲੋਕ ਮਹੱਲਾ ਪਹਿਲਾ ਤੋਂ ਪਤਾ ਲੱਗਦਾ ਹੈ ਕਿ ਇਹ ਪਾਵਨ ਸ਼ਬਦ ਲੋਕ ਪ੍ਰਲੋਕ ਦੇ ਮਾਲਕ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਜਿਨ੍ਹਾਂ ਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਜਾਹਰ ਪੀਰ ਜਗਤ ਗੁਰ ਬਾਬਾ ਐਸੇ ਪਾਵਨ ਬੋਲਾਂ ਦੇ ਨਾਲ ਸਤਿਕਾਰ ਦਿੰਦਿਆਂ, ਜਿਨ੍ਹਾਂ ਨੂੰ ਇੱਕ ਬਾਬਾ ਅਕਾਲ ਰੂਪ ਕਰਕੇ ਆਖਿਆ, ਐਸੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ, ਉਹਨਾਂ ਦੀ ਰਸਨਾ ਤੋਂ ਇਹ ਪਾਵਨ ਇਲਾਹੀ ਬੋਲ ਸਾਡੇ ਭਲੇ ਦੇ ਲਈ ਨਾਜ਼ਿਲ ਹੋਏ ਹਨ। ਰੂਪੈ ਕਾਮੈ ਦੋਸਤੀ। ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪਾਵਨ ਸ਼ਬਦ ਦੀ ਸ਼ਲੋਕ ਦੀ ਆਰੰਭਤਾ ਕਰਦੇ ਹੋਏ ਗੁਰੂ ਜੀ ਦੱਸ ਰਹੇ ਹਨ, ਰੂਪੈ ਕਾਮੈ ਦੋਸਤੀ। ਰੂਪ ਅਤੇ ਕਾਮ, ਭੁੱਖ ਹੈ, ਸਾਦਾ ਹੈ, ਗੰਢ, ਭੁੱਖ ਅਤੇ ਸਵਾਦ, ਇਹਨਾਂ ਦੀ ਇੱਕ ਦੂਜੇ ਦੇ ਨਾਲ ਬਹੁਤ ਸਾਂਝ ਹੈ। ਜਿਹੜਾ ਰੂਪ ਹੈ, ਰੂਪ ਨੂੰ ਜਦੋਂ ਕੋਈ ਇਨਸਾਨ ਵਾਸ਼ਨਾ ਦੇ ਤਹਿਤ ਨੇਤਰਾਂ ਦੇ ਨਾਲ ਵੇਖਦਾ ਹੈ ਤੇ ਉਸ ਰੂਪ ਵੱਲ ਨੂੰ ਭੱਜਿਆ ਜਾਂਦਾ ਹੈ। ਜਦੋਂ ਪੜ੍ਹਦੇ ਹਾਂ, ਵਿਦਵਾਨਾਂ ਨੂੰ ਸੁਣਦੇ ਹਾਂ, ਤੇ ਫਿਰ ਪਤਾ ਲੱਗਦਾ ਹੈ ਕਿ ਰੂਪ ਦਾ ਨੇਤਰਾਂ ਦੇ ਨਾਲ ਪਤਾ ਲੱਗਦਾ ਹੈ, ਜਿਹਨੂੰ ਅਸੀਂ ਨੇਤਰ ਗਿਆਨ ਇੰਦਰਾ ਕਹਿੰਦੇ ਹਾਂ। ਪੰਜ ਗਿਆਨ ਇੰਦਰੇ ਹਨ, ਪੰਜਾਂ ਦੇ ਪੰਜੇ ਹੀ ਕੰਮ ਹਨ। ਸ਼ਬਦ, ਸਪਰਸ਼, ਰੂਪ, ਰਸ, ਗੰਧ। ਸ਼ਬਦ ਹੈ ਜਿਹੜਾ ਕੰਨਾਂ ਨਾਲ ਸੁਣੀਦਾ ਹੈ। ਕੰਨ ਨਾਲ ਰੂਪ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਕੋਈ ਰੂਪਵਾਨ ਹੈ ਜਾਂ ਕੋਈ ਕਰੂਪ ਹੈ। ਇਹ ਬਾਹਰੀ ਰੂਪ ਦੀ ਗੱਲ ਹੈ। ਗੁਰਬਾਣੀ ਇਨਸਾਨ ਨੂੰ ਜਿੱਥੇ ਬਾਹਰੀ ਰੂਪ ਦੀ ਗੱਲ ਕਰਦੀ, ਬਾਹਰੀ ਰੂਪ ਪਰਮਾਤਮਾ ਨੇ ਤੈਨੂੰ ਦਿੱਤਾ ਤੇ ਉਹਦਾ ਸ਼ੁਕਰ ਕਰ, ਉੱਥੇ ਗੁਰੂ ਪਾਤਸ਼ਾਹ ਜੀ ਇੱਕ ਅੰਦਰਲੇ ਰੂਪ ਦੀ ਗੱਲ ਵੀ ਕਰਦੇ ਆ ਕਿ ਇੱਕ ਇਨਸਾਨ ਦਾ ਅੰਦਰਲਾ ਰੂਪ ਵੀ ਹੁੰਦਾ ਹੈ, ਜੋ ਕਈ ਵਾਰ ਬਾਹਰੀ ਅੱਖਾਂ ਨਾਲ ਨਜ਼ਰੀ ਨਹੀਂ ਪੈਂਦਾ। ਬਾਹਰੀ ਤੌਰ 'ਤੇ ਕਈ ਵਾਰ ਅਸੀਂ ਬਾਹਰੀ ਚਮੜੀ ਨੂੰ ਵੇਖ ਕੇ ਭੁਲੇਖਾ ਖਾ ਜਾਂਦੇ, ਬਹੁਤ ਰੂਪਵਾਨ ਹੈ, ਬੜਾ ਸੁੰਦਰ ਹੈ, ਪਰ ਜਦੋਂ ਅੰਦਰ ਵੇਖਦੇ ਹਾਂ, ਅੰਦਰੋਂ ਇੰਨਾ ਭੈੜਾ ਅਤੇ ਇੰਨਾ ਕਰੂਪ ਇਨਸਾਨ ਹੁੰਦਾ ਹੈ, ਜਿਹਨੂੰ ਗੁਰੂ ਮਹਾਰਾਜ ਜੀ ਨੇ ਕੁਚੱਜੀ, ਔਗਣਵੰਤੀ ਅਤੇ ਆਦਿਕ ਸ਼ਬਦਾਂ ਦੇ ਨਾਲ ਗੁਰਬਾਣੀ ਵਿੱਚ ਸੰਬੋਧਨ ਕੀਤਾ ਹੈ। ਪਰ ਕਈ ਸਾਰੇ ਐਸੇ ਗੁਰਮੁਖ ਵੀ ਹੁੰਦੇ ਹਨ ਜਿਹੜੇ ਬਾਹਰੋਂ ਵੇਖਣ ਨੂੰ ਬਹੁਤੇ ਸੁੰਦਰ ਨਹੀਂ ਹੁੰਦੇ, ਪਰ ਉਹਨਾਂ ਨੂੰ ਮਹਾਰਾਜ ਕਹਿੰਦੇ ਬੜੇ ਸੋਹਣੇ ਆ, ਕਾਰਨ ਕਹਿੰਦੇ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਗੁਰੂ ਸਾਹਿਬ ਦੇ ਜੀਵਨ ਵਿੱਚ ਆਉਂਦਾ ਹੈ, ਧੰਨ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਘੋੜੇ ਉੱਤੇ ਸਵਾਰ, ਨਾਲ ਸਿੱਖ ਹਨ, ਘੋੜੇ ਉੱਤੇ ਜਾ ਰਹੇ ਹਨ। ਜਾਂਦਿਆਂ ਜਾਂਦਿਆਂ ਕੰਨਾਂ ਦੇ ਵਿੱਚ ਇੱਕ ਆਵਾਜ਼ ਪਈ, ਛੋਟੇ ਜਿਹੇ ਬੱਚੇ ਦੀ, ਰੋ ਰਿਹਾ ਹੈ, ਨਿਆਣਾ ਹੈ। ਭਾਈ ਸਿੱਖੋ, ਇੱਥੇ ਤੁਰੇ ਜਾ ਰਹੇ ਰਸਤੇ ਵਿੱਚ
ਜੰਗਲ ਦੇ ਵਿੱਚ ਬੱਚੇ ਦੀ ਰੋਣ ਦੀ ਆਵਾਜ਼ ਆ ਰਹੀ ਹੈ। ਇੱਥੇ ਤੇ ਕੋਈ ਘਰ ਵੀ ਨਹੀਂ, ਇੱਥੇ ਬੱਚਾ ਕਿਵੇਂ ਰੋਇਆ? ਮਹਾਰਾਜ ਜੀ ਪਤਾ ਨਹੀਂ। ਗੁਰੂ ਜੀ ਕਹਿਣ ਲੱਗੇ ਘੋੜੇ ਰੋਕ ਲਓ, ਦੇਖੋ ਆਲੇ ਦੁਆਲੇ ਕਿਤੇ। ਦਇਆ ਦੇ ਸਾਗਰ ਹਨ, ਦਇਆ ਨਿਧ ਹਨ, ਕਰੁਣਾਮੈ ਹਨ। ਘੋੜੇ ਤੋਂ ਉਤਰੇ, ਆਪ ਸਿੱਖਾਂ ਨੂੰ ਕਿਹਾ ਵੀ ਦੇਖੋ ਇੱਧਰ ਉੱਧਰ ਨਿਗਾਹ ਮਾਰੀ, ਨਜ਼ਰ ਮਾਰੀ, ਢੂੰਡ ਕੀਤੀ, ਭਾਲ ਕੀਤੀ, ਲੱਭਿਆ। ਵੇਖਿਆ ਲਾਗੇ ਝਾੜੀਆਂ ਦੇ ਵਿੱਚ, ਕੱਪੜੇ ਦੇ ਵਿੱਚ ਲਪੇਟਿਆ ਝਾੜੀਆਂ ਦੇ ਥੱਲੇ ਇੱਕ ਬੱਚਾ ਪਿਆ। ਸਿੱਖ ਨੇ ਚੁੱਕ ਲਿਆ। ਮਹਾਰਾਜ ਜੀ ਇੱਕ ਬੱਚਾ ਹੈ। ਕੱਪੜੇ ਦੇ ਵਿੱਚੋਂ ਕੱਢਿਆ, ਵੇਖਿਆ। ਸਿੱਖ ਕਹਿੰਦੇ ਮਹਾਰਾਜ ਇਹ ਬੱਚਾ ਛੋਟਾ ਜਿਹਾ, ਜੰਮਦੇ ਹੀ ਮੂੰਹ ਦੇ ਵਿੱਚ ਦੰਦ ਹੈ, ਇਸ ਦੇ ਜੰਮਦੇ ਹੀ। ਇਹ ਕੁਥਰਾ ਹੈ ਮਹਾਰਾਜ, ਕੁਥਰਾ ਯਾਨੀ ਭੈੜਾ ਹੈ। ਤਾਂ ਕਰਕੇ ਮਾਪੇ ਡਰ ਕੇ ਸੁੱਟ ਗਏ। ਪਹਿਲੇ ਟਾਈਮਾਂ ਵਿੱਚ ਲੋਕਾਂ ਦੇ ਮਨਾਂ ਵਿੱਚ ਇਸ ਤਰ੍ਹਾਂ ਦੇ ਖੌਰੇ ਖਿਆਲ ਕਿੱਥੋਂ ਆ ਜਾਂਦੇ ਸਨ ਕਿ ਇਹ ਪਤਾ ਨਹੀਂ ਕੋਈ ਬਲਾਈ ਨਾ ਹੋਵੇ, ਕੋਈ ਹੋਰ ਹੀ ਚੀਜ਼ ਨਾ ਜਨਮ ਲੈ ਲਈ ਹੋਵੇ, ਕਿਤੇ ਸਾਡੇ ਪਰਿਵਾਰ ਦੇ ਲਈ ਘਾਤਕ ਨਾ ਸਿੱਧ ਹੋਵੇ। ਇਸ ਲਈ ਮਹਾਰਾਜ ਜੀ ਨੂੰ ਕੋਥਰਾ, ਭੈੜਾ ਸਮਝ ਕੇ, ਕਰੂਪ ਸਮਝ ਕੇ ਘਰਦਿਆਂ ਨੇ ਸੁੱਟ ਦਿੱਤਾ। ਗੁਰੂ ਮਹਾਰਾਜ ਜੀ ਨੇ ਦੇਖੋ ਆਪਣੇ ਹੱਥਾਂ ਵਿੱਚ ਲਿਆ, ਗੋਦੀ ਵਿੱਚ ਲਿਆ, ਸਿਰ 'ਤੇ ਹੱਥ ਫੇਰਿਆ, ਮੱਥਾ ਚੁੰਮਿਆ। ਸੱਚੇ ਪਾਤਸ਼ਾਹ ਕਹਿੰਦੇ ਨਹੀਂ ਭਾਈ, ਇਹ ਸੁਥਰਾ ਹੈ। ਸੁਥਰੇ ਦਾ ਅਰਥ ਹੁੰਦਾ ਸੋਹਣਾ। ਕਹਿੰਦੇ ਇਹਦਾ ਨਾ ਕੁਥਰਾ ਨਹੀਂ, ਇਹ ਸੁਥਰਾ ਹੋਏਗਾ। ਜਦੋਂ ਪੜ੍ਹਦੇ ਹਾਂ ਇਤਿਹਾਸ, ਸਿੱਖ ਇਤਿਹਾਸ, ਗੁਰ ਇਤਿਹਾਸ ਦੇ ਵਿੱਚ, ਸਿੱਖ ਇਤਿਹਾਸ ਇਹਨੂੰ ਤਾਂ ਕਹਿੰਦੇ ਕਿਉਂਕਿ ਸਿੱਖ ਹੈ। ਗੁਰ ਇਤਿਹਾਸ ਉਹ ਹੁੰਦਾ ਜਿਹੜਾ ਗੁਰੂ ਸਾਹਿਬ ਨਾਲ ਸੰਬੰਧਿਤ ਹੋਵੇ। ਸਿੱਖ ਇਤਿਹਾਸ ਹੁੰਦਾ ਹੈ ਜਿਹੜਾ ਸਿੱਖਾਂ ਨਾਲ ਸੰਬੰਧਿਤ ਹੋਵੇ। ਗੁਰੂ ਸਾਹਿਬ ਜੀ ਦਾ ਇਤਿਹਾਸ ਪੜ੍ਹਦੇ, ਸਿੱਖਾਂ ਦਾ ਇਤਿਹਾਸ ਪੜ੍ਹਦੇ, ਇੱਕੋ ਇੱਕ ਐਸੀ ਸ਼ਖਸੀਅਤ ਹੈ ਭਾਈ ਸੁਥਰੇ ਸ਼ਾਹ ਇਹਦਾ ਨਾਂ ਰੱਖਿਆ, ਜਿਹਦੇ ਜਿੰਨੇ ਵੀ ਕਿੱਸੇ, ਜਿੰਨੀਆਂ ਵੀ ਇਹਦੀਆਂ ਕਥਾਵਾਂ, ਜਿੰਨੇ ਵੀ ਇਹਦੇ ਜੀਵਨ ਦੇ ਵਿੱਚ ਕੌਤਕ ਹੋਏ, ਬੜੇ ਰੌਚਕ। ਇਹਨਾਂ ਦਾ ਗੱਲ ਕਰਨ ਦਾ ਤਰੀਕਾ ਬੜਾ ਹਾਸੇ ਵਾਲਾ, ਵਿਅੰਗਮਈ ਸੀ। ਹਾਸ ਰਸ ਵਿੱਚ ਗੱਲ ਕਰਦੇ, ਪਰ ਜਿਹੜੀ ਵੀ ਗੱਲ ਕਰਦੇ ਐਨ ਟਿਕਾਣੇ ਲਾ ਦਿਆ ਕਰਦੇ ਸਨ। ਇੰਨੀ ਸੋਹਣੀ ਗੱਲ ਕਰਦੇ। ਗੁਰੂ ਕਲਗੀਧਰ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਤੱਕ ਇਹ ਰਿਹਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬਹੁਤ ਪਿਆਰ ਕਰਦੇ ਸਨ। ਤਾਂ ਕਹਿਣ ਦਾ ਭਾਵ ਇਤਨਾ ਹੀ ਹੈ ਕਿ ਗੁਰੂ ਘਰ ਦੇ ਅੰਦਰ ਇੱਕ ਅੰਦਰ ਦੀ ਸ਼ਖਸੀਅਤ ਘੜਨ ਦੀ ਵੀ ਗੱਲ ਕੀਤੀ ਹੈ। ਆਮ ਤੌਰ 'ਤੇ ਜਦੋਂ ਬਾਹਰੀ ਤੌਰ 'ਤੇ ਵੇਖਦੇ ਹਾਂ, ਦੁਨਿਆਵੀ ਇਨਸਾਨ ਜਿਹੜੇ ਹਨ ਉਹ ਬਾਹਰੀ ਰੂਪ ਦੀ ਉਹ ਗੱਲ ਕਰਦੇ ਹਨ। ਕਿਉਂਕਿ ਉਹਨਾਂ ਦੇ ਕੋਲ ਆ ਬਾਹਰੀ ਅੱਖਾਂ ਨੇ, ਜਿਹੜੇ ਸਾਡੇ ਮੱਥੇ 'ਤੇ ਅੱਖਾਂ ਲੱਗੀਆਂ ਹੋਈਆਂ ਨੇ। ਪਰ ਗੁਰਮੁਖਾਂ ਦੇ ਅੰਦਰ ਇੱਕ ਸੁਰਤ ਦੇ ਵਿੱਚ ਅੱਖਾਂ ਹੁੰਦੀਆਂ, ਨੇਤਰ ਹੁੰਦੇ ਹਨ, ਜਿਹਦੇ ਨਾਲ ਉਹ ਬੰਦੇ ਦਾ ਰੂਪ ਕਰੂਪ ਪਰਖ ਲੈਂਦੇ ਹਨ। ਉਹ ਜਾਣਦੇ ਹਨ ਇਹ ਬਾਹਰੋਂ ਭਾਵੇਂ ਬਿਲਕੁਲ ਸੁੰਦਰ ਹੈ, ਸੋਹਣਾ ਹੈ, ਪਰ ਅੰਦਰੋਂ ਭੈੜਾ ਹੈ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਾਮਰੂਪ, ਪੁਰਾਤਨ ਜਨਮ ਸਾਖੀ 'ਚ ਕੌਰੂ ਦੇਸ਼ ਲਿਖਿਆ ਹੋਇਆ ਉਹਨੂੰ, ਕਾਮਰੂਪ ਆਸਾਮ ਢਾਕੇ ਵੱਲ ਹੈ, ਉੱਥੇ ਗਏ। ਉੱਥੇ ਦੀ ਇੱਕ ਬੜੀ ਪ੍ਰਚਲਿਤ ਗੱਲ ਸੀ ਕਿ ਉੱਥੇ ਦੀਆਂ ਜਿਹੜੀਆਂ ਔਰਤਾਂ ਸਨ ਉਹ ਜਾਦੂ ਟੋਣੇ ਵਿੱਚ ਬੜਾ ਵਿਸ਼ਵਾਸ ਰੱਖਦੀਆਂ ਸਨ। ਉੱਥੋਂ ਦੀ ਇੱਕ ਰਾਣੀ ਸੀ, ਉਹ ਰਾਣੀ ਦਾ ਨਾਂ ਨੂਰ ਸ਼ਾਹ ਸੀ, ਔਰ ਲੋਕ ਉਹਨੂੰ ਜਾਦੂਗਰਨੀ ਕਹਿੰਦੇ ਸਨ। ਉਹ ਇਤਨੀ ਆਪਣੇ ਕੰਮ ਵਿੱਚ ਇੰਨੀ ਜ਼ਿਆਦਾ ਐਕਸਪਰਟ ਸੀ, ਸਿਆਣੀ ਸੀ ਕਹਿ ਲਓ ਉਸ ਕੰਮ ਦੇ ਵਿੱਚ। ਮੈਸਰੇਜ਼ਮ ਇਤਿਆਦਿਕ, ਹਿਪਨੋਟਾਈਜ਼, ਜਿਹੜਾ ਵੀ ਬੰਦਾ ਇੱਕ ਵਾਰ ਉਹਨੂੰ ਤੱਕ ਲੈਂਦਾ ਤੇ ਜਿਵੇਂ ਕਿ ਪੱਥਰ ਦਾ ਬੁੱਤ ਜਾਂ ਮੋਮ ਦਾ ਪੁਤਲਾ ਖੜਿਆ ਹੁੰਦਾ, ਇਉਂ ਬਣਾ ਦਿਆ ਕਰਦੀ ਸੀ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕੋਲ ਵੀ ਆਈ। ਉਹਨੇ ਆਪਣੀਆਂ ਨਾਲ ਜਿੰਨੀਆਂ ਵੀ ਦੇਸ਼ ਦੇ ਵਿੱਚ ਇਸ ਤਰ੍ਹਾਂ ਦੀਆਂ ਔਰਤਾਂ ਸਨ ਉਹਨਾਂ ਨੂੰ ਵੀ ਬੁਲਾਇਆ। ਪਰ ਜਦੋਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਸਾਹਮਣੇ ਆਈਆਂ, ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਆਖਿਆ, ਕਹਿੰਦੇ ਨਹੀਂ ਭਾਈ, ਇਹ ਜੀਵਨ ਚੰਗਾ ਨਹੀਂ। ਬਾਹਰੋਂ ਬੜੀਆਂ ਚੰਗੀਆਂ, ਪਰ ਅੰਦਰ ਦਾ ਜੀਵਨ ਕਿਹਨੇ ਟਾਲਣਾ ਹੈ। ਉੱਥੇ ਸ਼ਬਦ ਉਚਾਰਨ ਕੀਤਾ, ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ ਹਾਂ, ਮਨੋਂ ਕੁਸੁੱਧਾ ਕਾਲੀਆਂ, ਬਾਹਰ ਚਿੱਟਵੀਆਂ। ਕਹਿੰਦੇ ਗੱਲਾਂ ਨਾਲ ਬੜੀਆਂ ਚੰਗੀਆਂ, ਪਰ ਜੇ ਗੁਰੂ ਘਰ ਦੇ ਵਿੱਚ ਇਕੱਲੀਆਂ ਗੱਲਾਂ ਨਹੀਂ, ਆਚਰਣ ਦੀ ਵੀ ਗੱਲ ਹੁੰਦੀ ਹੈ। ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ ਹਾਂ। ਨਾਲ ਮਹਾਰਾਜ ਨੇ ਕਹਿ ਦਿੱਤਾ, ਮਨੋਂ ਕੁਸੁੱਧਾ ਕਾਲੀਆਂ, ਬਾਹਰ ਚਿੱਟਵੀਆਂ, ਮਨੋਂ ਭੈੜੀਆਂ ਹੋਆਂ,
ਬਾਹਰੋਂ ਦੇਖਣ ਨੂੰ ਇਹ ਚਮੜੀ ਦਾ ਰੰਗ ਚਿੱਟਾ ਹੈ ਜਾਂ ਕਰ ਲਿਆ, ਜਾਂ ਤਰ੍ਹਾਂ ਤਰ੍ਹਾਂ ਦੇ ਕੋਈ ਇਸ ਤਰ੍ਹਾਂ ਦੇ ਪਦਾਰਥ ਬੰਦਾ ਆਪਣੇ ਵਰਤੋਂ ਵਿੱਚ ਲਿਆਉਂਦਾ ਜਿਹਦੇ ਨਾਲ ਚਮੜੀ ਸਾਫ਼ ਦਿਸਣ ਲੱਗ ਪਏ। ਮਹਾਰਾਜ ਕਹਿੰਦੇ ਇਹ ਚੀਜ਼ਾਂ ਨਾਲ ਅੰਦਰਲਾ ਜੀਵਨ ਨਹੀਂ ਢਾਲਿਆ ਜਾਣਾ। ਇਸ ਤਰੀਕੇ ਮਹਾਰਾਜ ਇੱਥੇ ਦੱਸ ਰਹੇ ਆ। ਇਹ ਬਾਹਰੀ ਪੱਖ ਇਨਸਾਨਾਂ ਦਾ ਦੱਸ ਰਹੇ ਆ। ਕਹਿੰਦੇ ਜਦੋਂ ਨੇਤਰਾਂ ਦੇ ਵਿੱਚ ਗਿਆਨ ਦਾ ਅੰਜਨ, ਗਿਆਨ ਦਾ ਸੁਰਮਾ ਨਾ ਪਿਆ ਹੋਵੇ, ਜਦੋਂ ਗੁਰੂ ਗਿਆਨ ਦਾ ਅੰਜਨ ਦੇ ਦਿੰਦਾ ਹੈ, ਉਸ ਵੇਲੇ ਸਾਧ ਸੰਗਤ ਜੀ ਫਿਰ ਰੂਪ ਕਸ਼ਿਸ਼ ਨਹੀਂ ਪਾਉਂਦਾ, ਖਿੱਚ ਨਹੀਂ ਪਾਉਂਦਾ। ਉਹ ਦੇਖਦਾ ਵੀ ਜਿਹੜਾ ਰੂਪ ਹੈ ਇਹ ਤਾਂ ਉੱਤੇ ਲਿਫਾਫਾ ਹੈ, ਇਹ ਤਾਂ ਐਵੇਂ ਹੀ ਆ, ਬਸ ਕੁਛ ਖਾਸ ਗੱਲ ਨਹੀਂ ਹੈ। ਜਿਵੇਂ ਅੰਦਰ ਕੋਈ ਚੀਜ਼ ਹੋਵੇ ਉਹਦੇ ਬਾਹਰ ਲਿਫਾਫਾ ਬਹੁਤ ਵਧੀਆ ਹੋਵੇ, ਚਿੱਟਾ ਲਿਫਾਫਾ ਚਾੜ ਦਿਓ, ਕਿਸੇ ਦੇ ਕਣਕ ਵੰਨਾ ਲਿਫਾਫਾ ਚਾੜ ਦਿਓ, ਕਿਸੇ ਦੇ ਕਾਲਾ ਲਿਫਾਫਾ ਚਾੜ ਦਿਓ, ਗੱਲ ਤਾਂ ਅੰਦਰਲੀ ਚੀਜ਼ ਦੀ ਹੈ। ਪਰ ਜਿਹੜਾ ਕੋਈ ਵਾਸ਼ਨਾ ਵਾਲਾ ਇਨਸਾਨ ਹੋਏਗਾ ਉਹ ਬਾਹਰੀ ਲਿਫਾਫੇ ਨੂੰ ਵੇਖੇਗਾ ਅਤੇ ਫਿਰ ਉਹ ਵੇਖੇਗਾ ਅਤੇ ਉੱਧਰ ਨੂੰ ਭੱਜੇਗਾ। ਰੂਪ ਹੈ, ਕੰਮ ਹੈ, ਦੋਸਤੀ। ਮਹਾਰਾਜ ਕਹਿੰਦੇ ਜਦੋਂ ਅੰਦਰ ਕਾਮ ਵਾਸ਼ਨਾ ਦਾ ਵਾਸਾ ਹੋਵੇ ਅਤੇ ਫਿਰ ਰੂਪ ਨਾਲ ਬਹੁਤ ਦੋਸਤੀ ਹੁੰਦੀ ਹੈ। ਅਤੇ ਜਿਵੇਂ ਸਾਧ ਸੰਗਤ ਜੀ ਪਤੰਗਾ ਅੱਗ ਵੱਲ ਜਾਂਦਾ, ਭੱਜਦਾ ਹੈ, ਰੂਪ ਨੂੰ ਵੇਖ ਕੇ ਅੱਗ ਦੇ ਨੂੰ ਉਹਦੇ ਉੱਤੇ ਮੋਹਿਤ ਹੁੰਦਾ ਹੈ, ਉੱਤੇ ਜਾ ਕੇ ਕੋਲ ਜਾ ਕੇ ਅੱਗ ਵਿੱਚ ਸੜ ਜਾਂਦਾ ਹੈ। ਮਹਾਰਾਜ ਕਹਿੰਦੇ ਇਸ ਤਰੀਕੇ ਦੇ ਨਾਲ ਜਦੋਂ ਨੇਤਰਾਂ ਦੇ ਅੰਦਰ ਵਾਸ਼ਨਾ ਦਾ ਵਾਸਾ ਹੋਵੇ ਉਦੋਂ ਫਿਰ ਰੂਪ ਵੱਲ ਨੂੰ ਵਾਸ਼ਨਾ ਦਾ ਭਰਿਆ ਇਨਸਾਨ ਭੱਜਦਾ ਹੈ। ਭੁੱਖ ਹੈ, ਸਾਦਾ ਹੈ, ਗੰਢ। ਜਦੋਂ ਭੁੱਖ ਲੱਗਦੀ ਹੈ ਅਤੇ ਸਾਧ ਸੰਗਤ ਫਿਰ ਕਿਤੇ ਸੁਆਦੀ ਚੀਜ਼ ਬਣੇ ਅਤੇ ਫਿਰ ਇੱਕਦਮ ਭੱਜਦਾ ਹੈ ਬੰਦਾ ਉੱਧਰ ਨੂੰ। ਭੁੱਖ ਤਾਂ ਐਸੀ ਕਹਿ ਲਓ ਕਿ ਪਾਈ ਹੋਈ ਹੈ ਸਰੀਰ ਦੇ ਅੰਦਰ ਪਰਮਾਤਮਾ ਨੇ। ਜਦੋਂ ਭੁੱਖ ਲੱਗੀ ਹੋਵੇ ਸਾਧ ਸੰਗਤ, ਉਦੋਂ ਸੁੱਕੀਆਂ ਰੋਟੀਆਂ 'ਚੋਂ ਵੀ ਸਵਾਦ ਆਉਣ ਲੱਗ ਜਾਂਦਾ ਹੈ। ਬਾਬਾ ਫਰੀਦ ਸਾਹਿਬ ਜੀ ਦਾ ਜਦ ਜੀਵਨ ਪੜ੍ਹਦੇ ਹਾਂ ਅਤੇ ਬਾਬਾ ਫਰੀਦ ਸਾਹਿਬ ਜੀ ਦੀ ਮਾਤਾ, ਜਦੋਂ ਫਰੀਦ ਜੀ ਨੇ ਆਖਿਆ ਮਾਤਾ ਜੀ ਮੈਂ ਪਰਮਾਤਮਾ ਦੀ ਪ੍ਰਾਪਤੀ ਦੇ ਲਈ ਇਬਾਦਤ ਕਰਨਾ ਚਾਹੁੰਦਾ ਹਾਂ, ਪਰ ਮੇਰੇ ਮੁਰਸ਼ਦ ਮੈਨੂੰ ਇਹ ਗੱਲ ਕਹਿੰਦੇ ਹਨ ਕਿ ਇਬਾਦਤ ਕਰ। ਹਜੇ ਬਾਬਾ ਫਰੀਦ ਜੀ ਜਾਣ ਲੱਗੇ ਸਨ ਅਤੇ ਮਾਤਾ ਜੀ ਕਹਿਣ ਲੱਗੀ ਬੇਟਾ ਕੋਈ ਗੱਲ ਨਹੀਂ, ਇਬਾਦਤ ਕੋਈ ਮਾੜੀ ਚੀਜ਼ ਨਹੀਂ ਹੈ, ਪਰ ਮੇਰੀ ਇੱਕ ਗੱਲ ਨੂੰ ਧਿਆਨ ਰੱਖ ਲਈ, ਜੇਕਰ ਤੂੰ ਜਾਣਾ ਚਾਹੁੰਦਾ ਹੈ, ਕੋਈ ਤਪ ਸਾਧਨ ਕਰਨਾ ਚਾਹੁੰਦਾ ਹੈ। ਮਾਤਾ ਜੀ ਦੱਸੋ। ਬੇਟਾ ਜੰਗਲਾਂ ਵਿੱਚ ਜਾਵੇਂਗਾ, 2-3 ਚੀਜ਼ਾਂ ਦਾ ਧਿਆਨ ਰੱਖੀ। ਉਹ ਇਹ ਹਨ ਕਿ ਜੰਗਲ ਦੇ ਵਿੱਚ ਸੌਣਾ ਉੱਥੇ ਹੈ ਜਿੱਥੇ ਪੁੱਤਰ ਐਨ ਪਲੰਘ ਲੱਗਿਆ ਹੋਇਆ ਮਿਲੇ, ਐਨ ਗੱਦੇ ਲੱਗੇ ਹੋਏ ਮਿਲਣ, ਉੱਥੇ ਸੋਈ। ਅੱਛਾ ਮਾਤਾ ਜੀ। ਦੂਜਾ ਬੇਟਾ ਖਾਣਾ ਉਦੋਂ ਹੈ 36 ਪ੍ਰਕਾਰ ਦੇ ਭੋਜਨ ਜਿੱਥੇ ਮਿਲਣ, ਉਹ ਤੋਂ ਬਿਨਾਂ ਕੁਛ ਖਾਈ ਨਾ। ਬਾਬਾ ਫਰੀਦ ਜੀ ਨੇ ਅੱਗੋਂ ਹੱਥ ਜੋੜ ਕੇ ਆਖਿਆ ਮਾਤਾ ਜੀ ਜੰਗਲਾਂ ਦੇ ਵਿੱਚ ਕਿਹਨੇ 36 ਤਰ੍ਹਾਂ ਦੇ ਭੋਜਨ ਦੇਣੇ, ਉੱਥੇ ਕਿਹੜੇ ਪਲੰਘ ਮਿਲਣੇ ਆ, ਉੱਥੇ ਤੇ ਕਿਸੇ ਦਰਖਤ ਦੇ ਹੇਠਾਂ ਵਾਸਾ ਕਰਨਾ ਪਏਗਾ ਅਤੇ ਰੁੱਖੀ ਸੁੱਖੀ ਖਾਣੀ ਪਏਗੀ। ਅਤੇ ਮਾਤਾ ਜੀ ਇਹ ਕੀ ਮਤਲਬ ਤੁਸੀਂ ਜਿਹੜੀ ਗੱਲ ਆਖੀ ਇਹਦਾ ਕੋਈ ਗਹਿਰਾ ਹੀ ਅਰਥ ਨਿਕਲਦਾ ਹੋਏਗਾ, ਕਿਉਂਕਿ ਗੁਰਮੁਖ ਜੋ ਗੱਲ ਕਹਿੰਦੇ ਹਨ ਉਹ ਗੱਲ ਦੇ ਬਹੁਤ ਗਹਿਰੇ ਅਰਥ ਕਈ ਵਾਰੀ ਹੁੰਦੇ, ਸਾਨੂੰ ਬਾਹਰੀ ਤੌਰ 'ਤੇ ਉਹ ਗੱਲਾਂ ਨਹੀਂ ਸਮਝ ਪੈਂਦੀਆਂ। ਸਤਿਕਾਰਯੋਗ ਮਾਤਾ ਜੀ ਨੇ ਆਖਿਆ ਫਰੀਦ ਪੁੱਤਰ ਹਾਂ ਇਹਨਾਂ ਗੱਲਾਂ ਦੇ ਅਰਥ ਗਹਿਰੇ ਹਨ, ਸੁਣ। ਕੀ? ਮਾਤਾ ਜੀ ਕਹਿਣ ਲੱਗੇ ਫਰੀਦ ਮੇਰਾ ਕਹਿਣ ਦਾ ਮਤਲਬ ਬੇਟਾ ਗੱਦਿਆਂ ਦੇ ਉੱਤੇ ਸੋਈ ਤੋਂ ਭਾਵ ਇਹ ਹੈ ਉਦੋਂ ਸੋਈ ਜਦੋਂ ਬਹੁਤ ਗੂੜ੍ਹੀ ਨੀਂਦ ਆਵੇ, ਬਹੁਤ ਜ਼ਿਆਦਾ ਗੂੜ੍ਹੀ ਨੀਂਦ ਆਈ ਹੋਵੇ। ਅਤੇ ਸਾਧ ਸੰਗਤ ਜੀ ਫਿਰ ਰੜੇ ਦੇ ਉੱਤੇ ਮੈਦਾਨ ਵਿੱਚ ਨੀਂਦ ਆ ਜਾਂਦੀ, ਇੱਦਾਂ ਡੱਕਿਆਂ ਦੇ ਉੱਤੇ ਲੋਕ ਸੌਂ ਜਾਂਦੇ, ਰੁੱਖਾਂ ਦੇ ਉੱਤੇ ਲੋਕ ਸੌਂ ਜਾਂਦੇ। ਜਦੋਂ ਕਿਤੇ ਵੇਖੀਦਾ ਆਪਣੀ ਫਸਲਾਂ ਨੂੰ ਕੱਟੀਦਾ, ਖੇਤਾਂ ਦੇ ਵਿੱਚ ਜ਼ਿਮੀਂਦਾਰ ਬੜੀ ਮਸ਼ੱਕਤ ਮਿਹਨਤ ਕਰਦੇ, ਹੱਡ ਭੰਨਵੀਂ। ਵਾਹਿਗੁਰੂ ਉਹਨਾਂ ਦੀਆਂ ਮਿਹਨਤਾਂ ਨੂੰ ਸਫਲ ਕਰੇ, ਸਤਿਗੁਰੂ ਸੱਚੇ ਪਾਤਸ਼ਾਹ ਬਰਕਤ ਪਾਵੇ। ਅਤੇ ਜਿਸ ਵੇਲੇ ਉਹ ਲੋਕ ਮਿਹਨਤ ਕਰਦੇ ਹਨ, ਇਤਨੀ ਮਸ਼ੱਕਤ ਕਰਦੇ ਹਨ, ਅਤੇ ਜਦੋਂ ਸਾਧ ਸੰਗਤ ਜੀ ਕਿਤੇ ਝੋਨਾ
ਜਾਂ ਕਣਕਾਂ ਹੱਥੀਂ ਵੱਢੀ ਦੀਆਂ, ਉੱਧਰੋਂ ਕਣਕਾਂ ਵੱਢਦੇ ਜਾਂ ਝੋਨਾ ਵੱਢਦੇ, ਐਨ ਸਰੀਰ ਟੁੱਟੇ ਹੁੰਦੇ। ਸਰੀਰ ਟੁੱਟਣ ਦੇ ਫਿਰ ਜਦੋਂ ਕਿਤੇ ਕਿਸੇ ਟਾਹਲੀ ਦੇ ਹੇਠਾਂ ਬੈਠਦੇ ਨਾ, ਦੁਪਹਿਰ ਨੂੰ ਅੱਧਾ ਘੰਟਾ ਚਾਹ ਪਾਣੀ ਛਕਦੇ, ਮਾੜਾ ਜਿਹਾ ਕਿਤੇ ਉੱਦਾਂ ਹੀ ਲੇਟਦੇ, ਉੱਥੇ ਬੈਠਿਆਂ ਬੈਠੇ ਹੀ ਨੀਂਦ ਆ ਜਾਂਦੀ ਆ। ਸਾਡੇ ਵਰਗੇ ਬੰਦੇ ਤਾਂ ਰਾਤ ਨੂੰ ਗੋਲੀਆਂ ਵੀ ਖਾਣਗੇ, ਟੀਕੇ ਵੀ ਲਾਉਂਦੇ ਕਈ ਬੰਦੇ। ਵਾਹਿਗੁਰੂ ਉਹਨਾਂ ਨੂੰ ਸਿਹਤਯਾਬੀ ਦੇਵੇ, ਤੰਦਰੁਸਤੀ ਦੇਵੇ, ਪਰ ਫਿਰ ਵੀ ਬੰਦੇ ਪਾਸੇ ਮਾਰੀ ਜਾਂਦੇ। ਸਵੇਰ ਨੂੰ ਕਹਿਣਗੇ ਰਾਤੀ ਨੀਂਦ ਨਹੀਂ ਆਈ। ਕਾਰਨ ਕਿਉਂਕਿ ਕੰਮ ਨਹੀਂ ਸਰੀਰ ਤੋਂ ਲਿਆ। ਜਿਸ ਤਰੀਕੇ ਦੇ ਨਾਲ ਅਗਰ ਨੀਂਦ ਆਈ ਅਤੇ ਇਨਸਾਨ ਸੌਵੇ, ਅਤੇ ਫਿਰ ਸਾਧ ਸੰਗਤ ਐਨ ਕਹਿ ਲਓ ਕਿ ਉਹਦੇ ਉੱਤੇ ਵੀ, ਪੱਥਰਾਂ ਦੇ ਉੱਤੇ ਵੀ ਲੋਕਾਂ ਨੂੰ ਨੀਂਦ ਆ ਜਾਂਦੀ ਹੈ। ਬਾਬਾ ਫਰੀਦ ਦੀ ਮਾਂ ਨੇ ਆਖਿਆ, ਪੁੱਤ ਉਦੋਂ ਸੋਈ ਜਦੋਂ ਬਹੁਤ ਨੀਂਦ ਆਵੇ, ਅਤੇ ਫਿਰ ਤੈਨੂੰ ਅਹਿਸਾਸ ਹੋਏਗਾ ਕਿ ਤੂੰ ਰਾਜੇ ਮਹਾਰਾਜਿਆਂ ਵਾਲੀ ਨੀਂਦ ਸੁੱਤਾ। ਫਿਰ 36 ਪ੍ਰਕਾਰ ਦੇ ਭੋਜਨ ਖਾਣ ਦਾ ਭਾਵ, ਪੁੱਤ ਐਵੇਂ ਹੀ ਨਾ ਖਾਂਦਾ ਫਿਰੀ, ਪੇਟੂ ਨਾ ਬਣ ਜਾਈ। ਉਦੋਂ ਖਾਈ ਜਦੋਂ ਬਹੁਤ ਭੁੱਖ ਹੋਵੇ, ਅਤੇ ਫਿਰ ਪੁੱਤ ਉਦੋਂ ਜਦੋਂ ਤੂੰ ਬਹੁਤ ਭੁੱਖ ਦੇ ਸਮੇਂ ਕੋਈ ਸੁੱਕੀ ਰੋਟੀ ਵੀ ਮਿਲ ਜਾਏਗੀ, ਉਹਦੇ ਵਿੱਚੋਂ ਵੀ ਤੈਨੂੰ ਉਹ ਆਨੰਦ ਆਏਗਾ, ਉਹ ਰਸ ਆਏਗਾ ਜੋ 36 ਪ੍ਰਕਾਰ ਦੇ ਭੋਜਨਾਂ 'ਚੋਂ ਨਹੀਂ ਆਉਂਦਾ। ਲੋਕ ਸਾਧ ਸੰਗਤ ਠੋਕਰਾਂ ਮਾਰਦੇ ਦੇਖਿਆ ਰੋਟੀਆਂ ਨੂੰ, ਪ੍ਰਸ਼ਾਦਿਆਂ ਨੂੰ, ਪਰ ਜਦੋਂ ਭੁੱਖ ਲੱਗੀ ਹੁੰਦੀ ਲੋਕ ਤਰਸਦੇ ਵੀ ਵੇਖਿਆ। ਮੈਂ ਆਪ ਇੱਕ ਵਾਰ ਇਸ ਤਰ੍ਹਾਂ ਦਾ ਇਹਨਾਂ ਅੱਖਾਂ ਦੇ ਨਾਲ ਉਹ ਹਾਲਾਤ ਵੇਖੇ। ਇੱਕ ਬੰਦਾ, ਬਿਹਾਰ ਦੀ ਗੱਲ ਹੈ, ਪਟਨਾ ਸਾਹਿਬ ਤੋਂ, ਇੱਕ ਕਿਸੇ ਵਿਆਹ ਦੇ ਪ੍ਰੋਗਰਾਮ ਤੋਂ ਰਾਤ ਨੂੰ ਚੌਲ ਬਚ ਗਏ। ਉਹਨਾਂ ਨੇ ਉਹ ਚੌਲ ਗਾਵਾਂ ਦੇ ਲਈ ਤੁਰਦੀਆਂ ਫਿਰਦੀਆਂ ਖਾ ਲੈਣਗੀਆਂ। ਰੇਲਵੇ ਦੀ ਲਾਈਨ ਲੰਘਦੀ ਸੀ, ਉਹਦੇ ਲਾਗੇ ਢੇਰੀ ਲਾ ਦਿੱਤੀ। ਇੱਕ ਬੰਦਾ ਉਹ ਢੇਰੀ ਦੇ ਉੱਤੋਂ ਚੌਲ ਚੱਕ ਕੇ ਪਲੇਟ 'ਚ ਪਾ ਕੇ ਖਾ ਰਿਹਾ ਸੀ, ਅਤੇ ਭੁੱਖ ਕੀ ਕੁਛ ਨਹੀਂ ਕਰਾ ਦਿੰਦੀ। ਤਾਂ ਸਾਧ ਸੰਗਤ ਜੀ, ਇਸ ਲਈ ਭੁੱਖ ਦੀ ਸਵਾਦ ਨਾਲ ਗੰਢ ਹੁੰਦੀ ਹੈ। ਭੁੱਖ ਵਸਤੂ 'ਚੋਂ ਸਵਾਦ ਪੈਦਾ ਕਰ ਲੈਂਦੀ ਹੈ, ਅਤੇ ਭੁੱਖ ਦੇ ਵਿੱਚ ਜੇ ਕਿਤੇ ਸਵਾਦੀ ਭੋਜਨ ਮਿਲ ਜਾਏ, ਫਿਰ ਉਹਦੀਆਂ ਤਾਂ ਗੱਲਾਂ ਹੀ ਕੁਝ ਹੋਰ ਨੇ। ਮਹਾਰਾਜ ਕਹਿੰਦੇ, ਰੂਪ ਦੀ ਜਿਸ ਤਰ੍ਹਾਂ ਕਾਮ ਨਾਲ ਦੋਸਤੀ ਹੁੰਦੀ ਹੈ, ਖਿੱਚ ਹੁੰਦੀ ਹੈ, ਇਸੇ ਤਰੀਕੇ ਭੁੱਖ ਦੀ ਸਵਾਦ ਨਾਲ ਵੀ ਗੰਢ ਹੁੰਦੀ ਹੈ। ਅਤੇ ਭੁੱਖ ਸਾਧ ਸੰਗਤ ਜੀ ਸੁੱਕੀਆਂ ਰੋਟੀਆਂ ਦੇ ਵਿੱਚੋਂ ਵੀ ਸਵਾਦ ਕੱਢ ਲੈਂਦੀ ਹੈ। ਲਬੈ ਮਾਲੈ ਘੁਲ ਮਿਲ ਮਿਚਲ ਲਬ, ਜਦੋਂ ਲਾਲਚ ਹੋਵੇ ਫਿਰ ਸਾਧ ਸੰਗਤ ਜੀ ਮਾਲ ਨੂੰ ਵੇਖ ਕੇ ਉਧਰ ਨੂੰ ਦੀ ਖਿੱਚ ਵੱਧਦੀ ਹੈ। ਲਾਲਚ ਹੋਵੇ ਪਦਾਰਥਾਂ ਦਾ, ਜਦੋਂ ਕਿਤੇ ਨਾ ਹੋਵੇ ਅਤੇ ਪੱਥਰ ਵੀ ਪਿਆ ਹੋਵੇ ਸਾਧ ਸੰਗਤ, ਉਹਦਾ ਉਹਨਾਂ ਦੀ ਸੋਨੇ ਦੀ ਇੱਟ ਵੀ ਪਈ ਹੋਵੇ, ਉਹਨਾਂ ਦੇ ਪਾ ਦਾ ਪੱਥਰ ਹੈ, ਉਹਨਾਂ ਨੇ ਕੀ ਲੈਣਾ? ਉਹਨਾਂ ਦੇ ਮਨ ਵਿੱਚ ਉਹਦਾ ਲਾਲਚ ਨਹੀਂ। ਮਹਾਰਾਜ ਕਹਿੰਦੇ, ਜਦੋਂ ਲਾਲਚ ਹੋਵੇ ਤਾਂ ਮਾਲ ਵੱਲ ਨੂੰ ਆਪਣੇ ਆਪ ਬੰਦਾ ਖਿੱਚਿਆ ਜਾਂਦਾ ਹੈ। ਇਸ ਤਰੀਕੇ ਕਹਿੰਦੇ ਹਨ, ਲੱਭੈ ਮਾਲੈ ਘੁਲ ਮਿਲ ਮਿਚਲ, ਘੁਲ ਕੇ ਮਿਲ ਕੇ ਇੱਕ ਮਿੱਕ ਹੋ ਜਾਂਦੇ ਲਾਲਚੀ ਅਤੇ ਮਾਲ ਜਦੋਂ ਦੋਵੇਂ ਮਿਲਦੇ ਹਨ। ਊਂਘੈ ਸੌੜ ਪਲੰਘ, ਊਂਘ ਨੀਂਦ ਜਦੋਂ ਹੋਵੇ ਅਤੇ ਫਿਰ ਸੌੜ, ਥੋੜ੍ਹੀ ਜਿਹੀ ਜਗ੍ਹਾ, ਛੌੜੀ ਜਿਹੀ ਜਗ੍ਹਾ ਵੀ ਮਿਲ ਜਾਏ, ਉਹ ਵੀ ਇਉਂ ਲੱਗਦੀ ਜਿਵੇਂ ਪਲੰਘ 'ਤੇ ਸੁੱਤਿਆ ਪਿਆ ਹਾਂ, ਸੁੱਤਾ ਹਾਂ ਪਲੰਘ ਉੱਤੇ। ਭੌਂਕੈ ਕੋਪ ਖੁਆਰ ਹੋਏ, ਫੱਕੜ ਪਿੱਟੇ ਅੰਧ। ਕਹਿੰਦੇ ਜਦੋਂ ਭੌਂਕੈ ਕੋਪ, ਜਦੋਂ ਗੁੱਸਾ ਆਉਂਦਾ ਹੈ, ਗੁੱਸੇ ਦੇ ਵਿੱਚ ਫਿਰ ਬੰਦੇ ਦੇ ਮੂੰਹੋਂ ਆਪਣੇ ਆਪ ਭੈੜੇ ਬੋਲ ਨਿਕਲਦੇ। ਅਤੇ ਮਹਾਰਾਜ ਕਹਿੰਦੇ ਭੌਂਕੈ, ਆਮ ਤੌਰ 'ਤੇ ਆਪਾਂ ਨਹੀਂ ਕਹਿ ਦਿੰਦੇ, ਜਦੋਂ ਕੋਈ ਬੇਵਜ੍ਹਾ ਦਾ ਬੋਲੀ ਜਾਵੇ ਆਪਾਂ ਕਹਿੰਦੇ ਕਿਉਂ ਭੌਂਕਦਾ ਹੈ। ਮਹਾਰਾਜ ਕਹਿੰਦੇ ਕਾਰਨ ਹੈ। ਭੌਂਕੈ ਕੋਪ ਖੁਆਰ ਹੋਏ, ਜਦੋਂ ਗੁੱਸੇ ਵਿੱਚ ਆਉਂਦਾ ਫਿਰ ਭੌਂਕਦਾ, ਗੰਦਮੰਦ ਬੋਲਦਾ। ਅਤੇ ਮਹਾਰਾਜ ਕਹਿੰਦੇ ਜਦੋਂ ਇੱਦਾਂ ਦੀਆਂ ਭੈੜੀਆਂ ਚੀਜ਼ਾਂ ਕਰਦਾ ਹੈ ਨਾ, ਰੂਪ ਦੇ ਪਿੱਛੇ, ਕਾਮ ਦੇ ਪਿੱਛੇ ਲੱਗ ਕੇ ਰੂਪ ਦੀ ਖਿੱਚ ਕਰਦਾ ਹੈ, ਭੁੱਖ ਦੇ ਪਿੱਛੇ ਲੱਗ ਕੇ ਸਵਾਦਾਂ ਦੀ ਗੱਲ ਕਰਦਾ ਹੈ, ਸਵਾਦਾਂ 'ਚ ਫਸਦਾ ਹੈ, ਮਾਲ ਦੇ ਪਿੱਛੇ ਲੱਗ ਕੇ ਲਾਲਚ ਕਰਦਾ ਹੈ, ਅਤੇ ਕੋਪ ਦੇ ਗੁੱਸੇ ਦੇ ਅਨੁਸਾਰੀ ਹੋ ਕੇ ਬੇਵਜ੍ਹਾ ਬੋਲਦਾ ਹੈ। ਮਹਾਰਾਜ ਕਹਿੰਦੇ ਖੁਆਰ ਹੋਏ, ਫਿਰ ਇਹ ਸਾਰੇ ਹੀ ਖੁਆਰ ਹੁੰਦੇ, ਖੱਜਲ ਹੁੰਦੇ ਆ। ਰੂਪ ਨੇ ਅੰਤ ਨੂੰ ਸਾਧ ਸੰਗਤ ਪਤੰਗੇ ਨੂੰ ਸਾੜਿਆ ਹੈ।
ਭੁੱਖ ਅਗਰ ਸੀਮਤ ਹੋਵੇ, ਲੋੜ ਅਨੁਸਾਰ ਹੋਵੇ, ਤੇ ਸਾਧ ਸੰਗਤ ਬੰਦੇ ਦੇ ਨਿਰਵਾਹ ਦਾ ਕਾਰਨ ਬਣ ਜਾਂਦੀ। ਪਰ ਅਗਰ ਸਵਾਦਾਂ ਵਿੱਚ ਪੈ ਜਾਏ ਇਨਸਾਨ, ਤੇ ਫਿਰ ਸਾਧ ਸੰਗਤ ਜੀ ਇਹ ਜੀਵ ਮੱਛੀ ਜਿਵੇਂ ਸਵਾਦ ਵਿੱਚ ਪੈ ਕੇ ਉਹਦੀ ਮੌਤ ਦਾ ਕਾਰਨ ਬਣ ਜਾਂਦੀ ਹੈ। ਫਿਰ ਇਸ ਤਰੀਕੇ ਇਹ ਸਵਾਦ ਹਨ ਇਨਸਾਨ ਨੂੰ ਖੁਆਰ ਕਰਦੇ ਹਨ। ਗੁਰੂ ਕੇ ਸਿੱਖਾਂ ਨੇ ਸਾਧ ਸੰਗਤ ਜੀ ਇਹਨਾਂ ਸਵਾਦਾਂ ਤੋਂ ਉੱਤੇ ਉੱਠ ਕੇ ਦਿਖਾਇਆ। ਭੁੱਖਿਆਂ ਨੂੰ ਅੱਧੀ ਅੱਧੀ ਰੋਟੀ, ਅੱਧੀ 'ਚੋਂ ਵੀ ਅੱਧੀ ਖੰਨੀ ਖੰਨੀ ਰੋਟੀ ਦਿੱਤੀ। ਉਹਦੇ ਉੱਤੇ ਵੀ ਗੁਰੂ ਕੇ ਸਿੰਘਾਂ ਨੇ, ਸਿੰਘਣੀਆਂ ਨੇ ਗੁਜ਼ਾਰੇ ਕੀਤੇ, ਆਪਣਾ ਆਪਾ ਨਾ ਡੁਲਾਇਆ। ਫਿਰ ਉਹ ਜਿੰਦ ਧਰਮ ਦੇ ਲੇਖੇ ਲੱਗ ਗਈ। ਅਤੇ ਫਿਰ ਅਰਦਾਸ ਵਿੱਚ ਰੋਜ਼ ਉਹਨਾਂ ਸਿੰਘਾਂ ਸਿੰਘਣੀਆਂ ਨੂੰ ਯਾਦ ਕਰਦੇ ਹਾਂ ਆਪਾਂ ਬਈ, ਕਿਉਂ? ਧਰਮ ਹੇਤ ਉਹਨਾਂ ਨੇ ਕੁਰਬਾਨੀਆਂ ਜੋ ਕੀਤੀਆਂ ਹਨ। ਪਰ ਆਮ ਤੌਰ 'ਤੇ ਲੋਕ ਇਹਨਾਂ ਦੇ ਅਨੁਸਾਰੀ ਹੋ ਕੇ ਭੌਂਕੈ ਭਟਕਦੇ ਫਿਰਦੇ ਆ। ਕੋਪ ਕ੍ਰੋਧ ਦੇ ਵਿੱਚ ਆ ਕੇ ਮੂੰਹ ਵਿੱਚ ਜੋ ਆਉਂਦਾ ਬੋਲੀ ਜਾਂਦੇ ਹਨ। ਖੁਆਰ ਹੋਏ, ਗੁਰੂ ਜੀ ਕਹਿੰਦੇ ਸਾਰੇ ਜਿਹੜੇ ਉੱਤੇ ਦੱਸੇ ਆ, ਜਿਨ੍ਹਾਂ ਦੀ ਗਿਣਤੀ ਕੀਤੀ ਹੈ, ਖੁਆਰ ਹੁੰਦੇ ਹਨ ਇਸ ਤਰ੍ਹਾਂ ਦੇ ਲੋਕ। ਫੱਕੜ ਪਿੱਟੇ ਅੰਧ, ਮਹਾਰਾਜ ਕਹਿੰਦੇ ਇਹ ਫੱਕੜ ਪਿੱਟੇ ਅੰਧ, ਇਹ ਅੰਨੇ ਅਗਿਆਨੀ ਪੁਰਸ਼ ਫੱਕੜ ਜਣੀ ਬੇਕਾਰ ਕੰਮ ਕਰਦੇ ਹਨ। ਇਹਨਾਂ ਕੰਮਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਜੀਵਨ ਰੌਸ਼ਨੀ ਨਹੀਂ, ਕੋਈ ਜੀਵਨ ਦਾ ਮਕਸਦ ਨਹੀਂ, ਕੋਈ ਉੱਚੀ ਵਿਚਾਰ ਨਹੀਂ, ਕੋਈ ਜੀਵਨ ਦਾ ਉਹ ਵੱਡਾ ਅਰਥ ਨਹੀਂ ਜਿਸ ਦੇ ਲਈ ਇਹ ਜੀਵਨ ਮਿਲਿਆ। ਮਹਾਰਾਜ ਜੀ ਕਹਿੰਦੇ ਇਹ ਅੰਧੇ ਅਗਿਆਨੀ ਫੱਕੜ ਕਹਿੰਦੇ ਪਰਾਲੀ ਨੂੰ, ਪਰਾਲੀ ਕੁੱਟਦੇ ਫਿਰਦੇ ਆ। ਘਾਹ ਫੂਸ ਇਹਨਾਂ ਦੇ ਹੱਥ ਲੱਗਣਾ, ਹੋਰ ਕੁਛ ਨਹੀਂ ਲੱਗਣਾ। ਚੁੱਪੈ ਚੰਗਾ ਨਾਨਕਾ, ਵਿਣ ਨਾਵੈ ਮੋਹਿ ਗੰਧ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਚੁੱਪੈ ਚੰਗਾ ਨਾਨਕਾ। ਇਹਨਾਂ ਗੱਲਾਂ ਵਿੱਚ ਚੁੱਪੇ ਚੰਗੀ ਆ। ਜਿੰਨਾ ਮਰਜ਼ੀ ਕਹੀ ਜਾਊਂਗੇ, ਦੁਨੀਆ ਦੇ ਵਿੱਚ ਵਿਕਾਰ ਵੱਧ ਤੋਂ ਵੱਧ ਨੇ। ਇਹਨਾਂ ਦਾ ਵਿਸਥਾਰ ਜਿੰਨਾ ਮਰਜ਼ੀ ਕਰ ਲਓ, ਇਹਨਾਂ ਗੱਲਾਂ ਵੱਲੋਂ ਗੁਰਸਿੱਖ ਨੂੰ ਚੁੱਪੇ ਰਹਿਣਾ ਚਾਹੀਦਾ। ਵਿਣ ਨਾਵੈ ਮੋਹ ਗੰਧ, ਇਹ ਗੱਲਾਂ ਨਾਮ ਤੋਂ ਦੂਰ ਹਨ। ਅਗਰ ਕੋਈ ਇਨਸਾਨ ਨਾਮ ਤੋਂ ਬਿਨਾਂ ਇਕੱਲਾ ਇਹਨਾਂ ਚੀਜ਼ਾਂ ਦੀ ਗੱਲ ਕਰਨ ਲੱਗ ਜਾਏ, ਬੁਰਾਈਆਂ ਹੀ ਦੇਖਣ ਲੱਗ ਜਾਏ, ਤੇ ਫਿਰ ਕਈ ਵਾਰ ਉਹਨਾਂ ਚੀਜ਼ਾਂ ਦਾ ਇਨਸਾਨ ਦੇ ਜੀਵਨ ਉੱਤੇ ਭੈੜਾ ਅਸਰ ਪੈਂਦਾ ਹੈ। ਅਤੇ ਨਾਮ ਤੋਂ ਬਿਨਾਂ ਮੂੰਹ ਵਿੱਚੋਂ ਦੁਰਗੰਧੀ ਵਿਸ਼ਿਆਂ ਦੀ, ਵਿਕਾਰਾਂ ਦੀ ਬਦਬੂ ਆਉਣ ਲੱਗ ਜਾਂਦੀ ਹੈ। ਅਤੇ ਮਹਾਰਾਜ ਕਹਿੰਦੇ ਇਸ ਕਰਕੇ ਭਾਈ ਇਹਨਾਂ ਚੀਜ਼ਾਂ ਵੱਲੋਂ ਮਨ ਨੂੰ ਚੁੱਪ ਹੀ ਰੱਖਣਾ ਚਾਹੀਦਾ ਹੈ। ਰੂਪ ਵੱਲੋਂ, ਕਾਮ ਵੱਲੋਂ, ਭੁੱਖ ਵੱਲੋਂ, ਸਵਾਦਾਂ ਵੱਲੋਂ, ਲਾਲਚ ਵੱਲੋਂ, ਮਾਲ ਵੱਲੋਂ, ਨੀਂਦ ਦੇ ਉੱਤੇ ਵੀ ਕਾਬੂ, ਸੋਹਣੇ ਪਲੰਘਾਂ ਵੱਲੋਂ, ਔਰ ਗੁੱਸੇ ਵਿੱਚ ਆ ਕੇ ਬੇਵਜ੍ਹਾ ਬੋਲਣ ਨਾਲੋਂ ਇਹ ਚੀਜ਼ਾਂ ਖੁਆਰ ਕਰਨ ਵਾਲੀਆਂ ਹਨ। ਮਹਾਰਾਜ ਕਹਿੰਦੇ ਚੁੱਪੈ ਚੰਗਾ ਨਾਨਕਾ, ਇਹਦੇ ਵੱਲੋਂ ਮਨ ਕਰਕੇ ਚੁੱਪ ਰਹੇ ਭਾਈ। ਹੋਰ ਕਿਹੜੀ ਚੁੱਪ? ਉਹ ਚੁੱਪ ਨਹੀਂ ਜੋ ਕਾਨਾ, ਪੀਲੂ, ਛੱਜੂ, ਸ਼ਾਹ ਹੁਸੈਨ ਗੁਰੂ ਅਰਜਨ ਦੇਵ ਜੀ ਕੋਲ ਆਏ, ਕਹਿੰਦੇ ਜੀ ਸਾਡੀ ਬਾਣੀ ਲਿਖ ਲਓ ਗੁਰੂ ਗ੍ਰੰਥ ਸਾਹਿਬ ਵਿੱਚ। ਉਹਦੇ ਵਿੱਚ ਇੱਕ ਦੇ ਬੋਲ ਸਨ, ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਦੀ ਨਹੀਂ ਜਾਏ ਵੇ ਅੜਿਆ। ਚੁੱਪ ਰਹਿ ਭਾਈ, ਚੁੱਪ ਰਹਿ, ਬੋਲਣ ਦੀ ਲੋੜ ਨਹੀਂ। ਗੁਰੂ ਜੀ ਕਹਿੰਦੇ ਨਹੀਂ ਭਾਈ, ਇਕੱਲਾ ਮੌਨ ਧਾਰੀ ਹੋਣਾ ਇਹ ਗੁਰਮਤਿ ਦਾ ਸਿਧਾਂਤ ਨਹੀਂ, ਮੌਨੀ ਹੋਣਾ। ਇਹ ਵੀ ਬਾਣੀ 'ਚ ਲਿਖਿਆ, ਬੋਲੇ ਨਾਹੀਂ ਹੋਏ ਬੈਠਾ ਮੌਨੀ, ਅੰਤਰ ਕਪਟ ਭਵਾਈਆ ਜੂਨੀ। ਮਹਾਰਾਜ ਕਹਿੰਦੇ ਅੰਦਰ ਕਪਟ ਹੈ, ਜੂਨੀਆਂ 'ਚ ਭਟਕਣਾ ਪੈ ਜਾਏਗਾ ਅਗਰ ਬੋਲਦਾ ਨਹੀਂ। ਗੁਰਬਾਣੀ ਕਹਿੰਦੀ ਆ, ਬੋਲ ਸੋ ਧਰ ਮੀੜਿਆ, ਮੌਨ ਕਤ ਧਾਰੀ ਰਾਮ। ਬੋਲ ਸੋ ਧਰਮੀੜਿਆ, ਧਰਮੀਆਂ ਬੋਲ। ਪਰ ਬੋਲਣਾ ਕੀ ਹੈ ਉਹ ਵੀ ਬਾਣੀ ਦੱਸਦੀ ਹੈ। ਬਾਬਾ ਬੋਲਣਾ ਕਿਆ ਕਹੀ ਹੈ, ਜੈਸੇ ਰਾਮ ਨਾਮ ਰਵ ਰਹੀ ਹੈ। ਬੋਲਣ ਦੇ ਲਈ ਵੀ ਮਹਾਰਾਜ ਨੇ ਦੱਸਿਆ ਵੀ ਜੋ ਬੋਲਣਾ ਉਹ ਕਿਸ ਤਰ੍ਹਾਂ ਦਾ ਬੋਲਣਾ। ਇੱਕ ਪਾਸੇ ਕਈ ਵਾਰ ਅਸੀਂ ਮੌਨ ਧਾਰਨ ਵਾਲਿਆਂ ਦਾ ਵਿਰੋਧ ਕਰ ਦਿੰਦੇ ਹਾਂ ਕਿ ਮੌਨੀ ਲੋਕ ਐਵੇਂ ਮੌਨ ਧਾਰਨਾ ਮਾੜੀ ਗੱਲ ਹੈ, ਅਸੀਂ ਵਿਰੋਧ ਕਰਦੇ। ਦੂਜੇ ਪਾਸੇ ਜਿਹੜਾ ਫਿਰ ਬੋਲਣਾ ਉਹ ਤਾਂ ਅਸੀਂ ਚੱਲਦੇ ਨਹੀਂ। ਜੇ ਮਹਾਰਾਜ ਨੇ ਆਖਿਆ ਮੌਨ ਧਾਰਨ ਵਾਲਿਆਂ ਨੂੰ ਕਿ ਤੁਸੀਂ ਮੌਨੀ ਹੋ ਕੇ ਪ੍ਰਮਾਤਮਾ ਨੂੰ ਪਾ ਨਹੀਂ ਸਕਦੇ, ਫਿਰ ਇਹ ਵੀ ਨਹੀਂ ਆਖਿਆ ਵੀ ਜੋ ਮੂੰਹ 'ਚ ਆਉਂਦਾ ਉਹੀ ਬੋਲੀ ਜਾਓ, ਭਕਾਈ ਮਾਰੀ ਜਾਓ, ਅਤੇ ਤੁਸੀਂ ਜੋ ਬੋਲੀ ਗਏ ਇੱਦਾਂ ਪ੍ਰਮਾਤਮਾ ਮਿਲ ਜੂ, ਇਹ ਵੀ ਗੱਲ ਨਹੀਂ। ਉਹਨੂੰ ਮਹਾਰਾਜ ਨੇ ਆਖਿਆ, ਸਾਕਤ ਕਾ ਬਕਨਾ ਇਉਂ ਜਾਨੋ ਜੈਸੇ ਪਵਨ ਝੁਲਾਈ। ਮਨਮੁਖ ਬੇਮੁਖ ਬੰਦੇ ਦਾ ਬੋਲਣਾ ਤੇ
ਵਿਅਰਥ ਹੈ। ਉਹਦੇ ਮੂੰਹ 'ਚੋਂ ਦੁਰਗੰਧੀ ਉਹ ਨਿਕਲਣੀ ਹੈ ਜਦੋਂ ਭੈੜੇ ਬੋਲ ਬੋਲਣੇ ਹੈ, ਭੌਂਕਾ ਕੋਪ ਖੁਆਰ ਹੋਏ, ਬਿਨਾਂ ਮਤਲਬ ਭਕਾਈ ਹੈ। ਮਹਾਰਾਜ ਕਹਿੰਦੇ ਉਹਦਾ ਬੋਲਣਾ। ਇਸ ਲਈ ਭਾਈ ਵਿਸ਼ੇ ਵਿਕਾਰਾਂ ਵੱਲੋਂ ਚੁੱਪ ਰਹਿਣਾ ਚਾਹੀਦਾ ਹੈ, ਆਪਣੀ ਜ਼ੁਬਾਨ 'ਤੇ ਕਾਬੂ ਰੱਖਣਾ ਚਾਹੀਦਾ ਹੈ, ਆਪਣੇ ਮਨ 'ਤੇ ਕਾਬੂ ਰੱਖਣਾ ਚਾਹੀਦਾ ਹੈ। ਅਤੇ ਇਹਨੂੰ ਲਾਈਏ ਕਿੱਧਰ ਨੂੰ ਜ਼ੁਬਾਨ? ਮਹਾਰਾਜ ਕਹਿੰਦੇ ਰਸਨਾ ਦੇ ਨਾਲ ਰਸਨਾ ਗੁਣ ਗੋਪਾਲ ਨਿਤ ਗਾਇਣ। ਵਾਹਿਗੁਰੂ 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 ਕਰਨੀ, ਇਹ ਜਪਣਾ, ਗੁਰੂ ਦੀਆਂ ਵਡਿਆਈਆਂ ਕਰਨੀਆਂ, ਗੁਰੂ ਕੀਆਂ ਬਾਤਾਂ ਕਰਨੀਆਂ, ਹਰ ਕੀਆਂ ਕਥਾ ਕਹਾਣੀਆਂ ਕਰਨੀਆਂ। ਅਤੇ ਸਾਧ ਸੰਗਤ ਜੀ ਇਹ ਤਾਂ ਬਹੁਤ ਲਾਜ਼ਮੀ ਹਨ, ਇਹ ਬੜੀਆਂ ਜ਼ਰੂਰੀ ਹਨ। ਦੂਜੇ ਪਾਸੋਂ ਆਪਣੇ ਮਨ ਨੂੰ, ਆਪਣੇ ਤਨ ਨੂੰ, ਆਪਣੇ ਨੇਤਰਾਂ ਨੂੰ, ਆਪਣੀ ਜ਼ੁਬਾਨ ਨੂੰ ਸਾਧ ਸੰਗਤ ਚੁੱਪ ਰੱਖੀਏ। ਉੱਧਰਲੇ ਪਾਸੇ ਮੂੰਹ ਦੇ ਵਿੱਚੋਂ, ਮਨ ਦੇ ਵਿੱਚੋਂ, ਬੁੱਧੀ ਦੇ ਵਿੱਚੋਂ ਦੁਰਗੰਧੀ ਪੈਦਾ ਹੁੰਦੀ ਹੈ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਅਗਲੇ ਸ਼ਲੋਕ ਵਿੱਚ ਕਹਿ ਰਹੇ ਹਨ, ਰਾਜ ਮਾਲ ਰੂਪ ਜਾਤ ਜੋਬਨ ਪੰਜ ਨੇ ਇਹ ਪੰਜੇ ਠੱਗ। ਗੁਰੂ ਜੀ ਕਹਿੰਦੇ ਪੰਜ ਬੜੇ ਵੱਡੇ ਠੱਗ ਹੈ ਭਾਈ। ਪੰਜੇ ਠੱਗ ਕਿਹੜੇ ਕਿਹੜੇ ਮਹਾਰਾਜ ਜੀ? ਗੁਰੂ ਜੀ ਕਹਿੰਦੇ ਰਾਜ, ਮਾਲ, ਰੂਪ, ਜਾਤ, ਜੋਬਨ। ਰਾਜ ਹੋਣਾ, ਜਦੋਂ ਬੰਦੇ ਕੋਲ ਰਾਜ ਹੁੰਦਾ ਹੈ, ਬੰਦੇ ਕੋਲ ਤਾਕਤ ਹੁੰਦੀ, ਬੰਦੇ ਕੋਲ ਪਾਵਰ ਹੁੰਦੀ, ਬੰਦਾ ਮਿਣਦਾ ਨਹੀਂ, ਮਿੱਥਦਾ ਨਹੀਂ, ਗਿਣਦਾ ਨਹੀਂ ਕਿਸੇ ਨੂੰ। ਉਹਨੂੰ ਕੋਈ ਚੰਗੀ ਸਿੱਖਿਆ ਵੀ ਦੇਵੇ, ਉਹਦੀ ਚੰਗੀ ਸਿੱਖਿਆ ਵੀ ਨਹੀਂ ਮੰਨਦਾ। ਹੁਣ ਆਪਾਂ ਦੇਖਦੇ ਹਾਂ, ਸੁਣਦੇ ਹਾਂ, ਇੰਦਰਾ ਗਾਂਧੀ ਨੂੰ ਕਈ ਬੰਦਿਆਂ ਨੇ ਚੰਗੀ ਰਾਏ ਵੀ ਦਿੱਤੀ, ਉਹਨੂੰ ਆਖਿਆ ਕੰਮ ਠੀਕ ਨਹੀਂ ਜੋ ਤੂੰ ਕਰਨ ਲੱਗੀ ਹੈ। ਪਤਾ ਤਾਂ ਪਹਿਲਾਂ ਲੱਗ ਗਿਆ ਸੀ ਵੀ ਸਿੱਖਾਂ ਦੇ ਨਾਲ ਇਹ ਜਣੀ ਅੰਦਰੋਂ ਦੁਆਇਸ਼ ਰੱਖਦੀ ਹੈ। ਉਹਦੇ ਪਿੱਛੇ ਕਾਮਰੇਡਾਂ ਦਾ ਬਹੁਤ ਵੱਡਾ ਹੱਥ ਸੀ, ਉਹ ਕਿਸੇ ਕਾਰਨ ਕਰਕੇ ਗੁਰੂ ਘਰ ਦੇ ਨਾਲ ਬੜਾ ਵਿਰੋਧ ਰੱਖਦੇ ਸਨ। ਉਹਨੂੰ ਸਮਝਾਇਆ ਵੀ, ਪਰ ਜਦੋਂ ਰਾਜ ਦੇ ਹੰਕਾਰ ਦੇ ਵਿੱਚ ਉਹਨੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰ ਦਿੱਤਾ, ਬਾਅਦ ਵਿੱਚ ਪਛਤਾਈ ਵੀ। ਬੜੇ ਵੱਡੇ ਪ੍ਰੂਫ ਐਵੀਡੈਂਸ ਹੈ, ਬੰਦੇ ਗਵਾਹ ਨੇ, ਉਹਨਾਂ ਔਨ ਰਿਕਾਰਡ ਇਹ ਗੱਲਾਂ ਦੱਸੀਆਂ ਨੇ ਕਿ ਬਾਅਦ ਵਿੱਚ ਮੈਨੂੰ ਇੰਦਰਾ ਗਾਂਧੀ ਨੇ ਆਖਿਆ ਵੀ ਮੈਂ ਹੁਣ ਡਰੀ ਹੋਈ ਹਾਂ, ਮੇਰੇ ਪਿੱਛੇ ਲੱਗ ਗਏ, ਮੈਨੂੰ ਇਹ ਸਿੱਖ ਹੁਣ ਮੈਨੂੰ ਛੱਡਣਗੇ ਨਹੀਂ। ਪਹਿਲਾਂ ਰਾਜ ਦੇ ਨਸ਼ੇ ਵਿੱਚ ਕਈ ਵਾਰ ਬੰਦਾ ਗਲਤ ਕੰਮ ਚੁੱਕ ਕਰ ਲੈਂਦਾ ਵੀ ਮੈਨੂੰ ਕਿਹਨੇ ਪੁੱਛਣਾ, ਮੈਨੂੰ ਕਿਹਨੇ ਕੁਛ ਕਹਿਣਾ। ਮਹਾਰਾਜ ਕਹਿੰਦੇ ਰਾਜ ਇੱਕ, ਦੂਜਾ ਮਾਲ, ਮਾਲ ਹੋਣਾ, ਬੰਦੇ ਕੋਲ ਧਨ ਹੋਣਾ। ਕਈ ਰਾਜੇ ਵੀ ਐਸੇ ਸਾਧ ਸੰਗਤ ਜਿਹੜੇ ਸੱਚੀ ਫਕੀਰੀ ਵਿੱਚ ਜਾਏ। ਕਈ ਤਾਂ ਭੋਗਦੇ ਸਾਰਾ ਕੁਝ, ਉੱਦਾਂ ਕਹੀ ਜਾਂਦੇ ਹਮ ਤੋਂ ਫਕੀਰ ਹੈ, ਹਮਾਰਾ ਕਿਆ ਹੈ। ਤੂੰ ਤੇਰੇ ਸੂਟ 10-10 20-20 ਲੱਖ ਰੁਪਏ ਦੇ, ਇਹ ਫਕੀਰੀ ਹੈ ਕੋਈ? ਕਈ ਸੱਚੀ ਮਿੱਚੀ ਐਸੇ ਰਾਜੇ ਹੁੰਦੇ ਜਿਹੜੇ ਬਿਲਕੁਲ ਫਕੀਰੀ, ਸੱਚੀ ਮਿੱਚੀ ਫਕੀਰੀ ਹੁੰਦੀ ਉਹਨਾਂ ਕੋਲ, ਮਾਲ ਦਾ ਉਹਨਾਂ ਨੂੰ ਮਾਣ ਹੀ ਨਹੀਂ ਹੁੰਦਾ। ਰਾਜੇ ਜਨਕ ਵਰਗੇ ਪੜ੍ਹ ਲਓ, ਜਾਂ ਤੁਸੀਂ ਜੀਵਨ ਪੜ੍ਹੋਗੇ ਜਿਸ ਵੇਲੇ, ਉਦਾਹਰਨ ਮਿਲ ਜਾਏਗੀ ਭਰਥਰੀ ਹਰੀ ਵਰਗਿਆਂ ਦੀ ਜੀਵਨ, ਰਾਜਿਆਂ ਦੀ। ਕਿੱਡਾ ਵੱਡਾ ਉਹਨਾਂ ਦਾ ਜੀਵਨ, ਰਾਜੇ ਦਾ, ਸਭ ਕੁਝ ਛੱਡ ਦੇਣਾ, ਤਿਆਗ ਦੇਣਾ। ਇਸ ਤਰ੍ਹਾਂ ਦੇ ਵੀ ਫਿਰ ਮਹਾਤਮਾ ਬੁੱਧ ਇੱਕ ਰਾਜੇ ਦੇ ਪੁੱਤਰ, ਕਿੱਡੇ ਵੱਡੇ, ਸਭ ਕੁਝ ਛੱਡ ਕੇ ਚਲੇ ਗਏ। ਉਹਨਾਂ ਨੇ ਮਾਲ ਹੁੰਦਿਆਂ ਵੀ, ਰਾਜਾ ਹੁੰਦਿਆਂ ਵੀ ਮਾਲ ਦਾ ਅਭਾਵ ਕਰ ਦਿੱਤਾ, ਤਾਂ ਕਰਕੇ ਮਾਲ ਸ਼ਬਦ ਨਾਲ ਵੱਖਰਾ ਰੱਖਿਆ। ਨਹੀਂ ਤਾਂ ਰਾਜੇ ਦੇ ਨਾਲ ਮਾਲ ਲਿਖਣ ਦੀ ਲੋੜ ਹੀ ਨਹੀਂ ਸੀ, ਰਾਜੇ ਕੋਲ ਮਾਲ ਹੁੰਦਾ ਹੀ ਹੈ। ਪਰ ਨਹੀਂ, ਕਈ ਰਾਜੇ ਚੰਗੇ ਵੀ ਹੁੰਦੇ। ਮਹਾਰਾਜ ਕਹਿੰਦੇ ਇੱਕ ਰਾਜ ਹੋਣਾ, ਦੂਜਾ ਮਾਲ ਹੋਣਾ। ਪਰ ਕਈ ਬੰਦੇ ਰਾਜੇ ਨਹੀਂ ਹੁੰਦੇ, ਮਾਲ ਉਹਨਾਂ ਕੋਲ ਕਾਫੀ ਹੁੰਦਾ, ਰਾਜਿਆਂ ਨਾਲੋਂ ਵੀ ਵੱਧ ਹੁੰਦਾ। ਰਾਜਿਆਂ ਨੂੰ ਬਣਾਉਂਦੇ ਆ, ਫਿਰ ਉਹ ਪਿੱਛੋਂ ਤਾਕਤ ਦਿੰਦੇ ਆ, ਫਿਰ ਰਾਜੇ ਉਹਨਾਂ ਦੀ ਬੋਲੀ ਬੋਲਦੇ ਆ। ਅੱਜ ਦੇ ਹਿਸਾਬ ਨਾਲ ਬਿਜ਼ਨਸਮੈਨ ਕਹਿ ਲਓ, ਤਕੜੇ। ਮਹਾਰਾਜ ਕਹਿੰਦੇ ਬਹੁਤ ਸਾਰਾ ਮਾਲ ਹੋਣਾ, ਪੈਸਾ ਹੋਣਾ, ਬੰਦੇ ਕੋਲ ਧਨ ਹੋਣਾ, ਕਿਸੇ ਵੀ ਰੂਪ ਦੇ ਵਿੱਚ ਮੁਦਰਾ ਹੋਣੀ, ਰੂਪ, ਫਿਰ ਰੂਪ ਹੋਣਾ ਸਾਧ ਸੰਗਤ ਬੰਦੇ ਕੋਲ। ਇਹ ਵੀ ਇੱਕ ਠੱਗ ਹੈ। ਜਦੋਂ ਰੂਪ ਹੁੰਦਾ ਹੈ ਉਦੋਂ ਜ਼ਿਆਦਾਤਰ ਬੰਦਾ ਸਾਧ ਸੰਗਤ ਜੀ ਇਹ ਠੱਗਿਆ ਜਾਂਦਾ। ਰੂਪ ਬੰਦੇ ਨੂੰ ਬਹੁਤ ਠੱਗਦਾ, ਲੱਗਦਾ ਬੰਦੇ ਨੂੰ ਵੀ ਮੈਂ
ਸੁਹੱਪਣ ਮੇਰਾ ਸੋਹਣਾਪਨ ਮੇਰੇ ਲਈ ਬਹੁਤ ਚੰਗਾ ਨਾ, ਬਹੁਤ ਨੁਕਸਾਨ ਵਿੱਚ ਚਲਾ ਜਾਂਦਾ। ਤਦੇ ਗੁਰੂ ਕੇ ਸਿੱਖ ਜਿਸ ਤਰ੍ਹਾਂ ਦਾ ਸਰੀਰ ਮਹਾਰਾਜ ਨੇ ਦਿੱਤਾ ਹੈ ਉਸ ਤਰ੍ਹਾਂ ਉਹਨੂੰ ਸਾਫ ਸੁਥਰਾ ਜ਼ਰੂਰ ਰੱਖਦੇ ਆ, ਪਰ ਸਰੀਰ ਦੀ ਪ੍ਰਦਰਸ਼ਨੀ ਨਹੀਂ ਕਰਦੇ। ਉਹ ਸਰੀਰ ਦੇ ਉੱਤੇ, ਆਪਣੇ ਚਿਹਰੇ ਦੇ ਉੱਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਲਾਉਂਦੇ ਕਿ ਦੂਜਾ ਉਹ ਖਿੱਚਿਆ ਜਾਵੇ ਆਪਣੇ ਆਪ। ਰੂਪ ਹੈ ਕੰਮ ਹੈ ਦੋਸਤੀ, ਇਸ ਤਰ੍ਹਾਂ ਨਹੀਂ ਕਰਦੇ। ਉਹ ਪਰਮਾਤਮਾ ਦੇ ਸ਼ੁਕਰ 'ਚ ਰਹਿੰਦੇ। ਅਗਰ ਵਾਹਿਗੁਰੂ ਨੇ ਬਾਹਰੀ ਤੌਰ 'ਤੇ ਰੂਪ ਵੀ ਦਿੱਤਾ ਹੈ, ਉਹਨੂੰ ਵੀ ਇਸ ਤਰੀਕੇ ਦੇ ਨਾਲ ਉਹ ਪੇਸ਼ਕਾਰੀ ਉਹਨਾਂ ਦੀ ਇਸ ਤਰ੍ਹਾਂ ਦੀ ਹੁੰਦੀ ਕਿ ਕੋਈ ਉਹਦੇ ਵੱਲ ਵੇਖ ਕੇ ਆਪਣੇ ਮਨ ਦੇ ਵਿੱਚ ਮੈਲ ਨਾ ਲੈ ਆਏ। ਮਹਾਰਾਜ ਕਹਿੰਦੇ ਹਨ, ਕਹਿੰਦੇ ਰੂਪ, ਤਦੇ ਸਾਡੀਆਂ ਸਿੱਖ ਬੀਬੀਆਂ, ਸਾਡੀਆਂ ਭੈਣਾਂ, ਸਾਡੀਆਂ ਬੱਚੀਆਂ, ਸਾਡੀਆਂ ਧੀਆਂ ਉਹ ਸਾਦਗੀ ਵਿੱਚ ਰਹਿਣਾ ਪਸੰਦ ਕਰਦੀਆਂ। ਉਹ ਕੋਈ ਬਹੁਤਾ ਨਹੀਂ। ਕਈ ਤਾਂ ਵਿਆਹਾਂ ਦੇ ਵਿੱਚ ਆਮ ਤੌਰ 'ਤੇ ਵੇਖੀਦਾ ਹੀ ਆ, 2-2, 3-3, 4-4 ਦਿਨ ਪਹਿਲਾਂ ਉਹ ਬੀਬੀਆਂ ਆ ਜਾਣਗੀਆਂ, ਉਹਨੂੰ ਬਿਊਟੀ ਪਾਰਲਰ ਵਾਲੀਆਂ ਕਹਿਣਗੀਆਂ। ਉਹ ਫਿਰ ਹੋਰੇ ਘਰ ਦੇ ਨਹੀਂ ਪਛਾਣ ਪਾਉਂਦੇ। ਕਈ ਵਾਰੀ ਬੀਬੀ ਨਿਕਲ ਕੇ ਆਉਂਦੀ ਕਮਰੇ 'ਚੋਂ, ਜਦੋਂ ਇਹ ਸਾਡੀ ਉਹ ਕੁੜੀ ਹੈ, ਇੱਦਾਂ ਦੀ ਬਣਾ ਲਿਆਉਂਦੀ ਆ ਉਹਨੂੰ। ਸਿੱਖਾਂ ਦੇ ਵਿੱਚ ਐਸਾ ਨਹੀਂ, ਬਿਲਕੁਲ ਜੋ ਰੋਜ਼ ਰਹਿੰਦੀ ਉੱਦਾਂ ਹੀ ਰਹਿੰਦੀ ਸਾਡੀ ਬੀਬੀ। ਉਹਨੇ ਕੋਈ ਕਿਸੇ ਤਰੀਕੇ ਦਾ ਕੋਈ ਵੱਖਰਾ ਨਹੀਂ, ਉਹਦੇ ਨਹੁੰਆਂ ਦੇ ਉੱਤੇ ਕੋਈ ਪਾਲਿਸ਼ ਰੰਗ ਬਰੰਗੇ ਨਹੀਂ। ਉਹਨੇ ਬੁੱਲ ਇੱਦਾਂ ਦੇ ਨਹੀਂ ਕਰ ਲੈਣੇ ਵੀ ਦੇਖਣ ਵਾਲਾ ਡਰ ਜੇ ਵੀ ਕੀ ਖਾ ਕੇ ਆਈ ਹੈ ਇਹ, ਲਾਲ ਹੋਏ ਪਏ ਬੁੱਲ ਇਹਦੇ, ਇੱਦਾਂ ਨਹੀਂ। ਚਿਹਰਾ ਇੱਦਾਂ ਦਾ ਨਹੀਂ, ਅੱਖਾਂ ਦੇ ਭਰਵੱਟਿਆਂ ਨੂੰ ਕੋਈ ਇਸ ਤਰੀਕੇ ਨਾਲ ਨਹੀਂ, ਤਿੱਖੇ ਵਿੰਗੇ ਤੇ ਆਦਿਕ ਨਹੀਂ ਨਾ, ਸਾਦਗੀ। ਫਿਰ ਇੱਕ ਗੱਲ ਹੋਰ ਹੈ, ਜੋ ਆਨੰਦ ਸਾਦਗੀ 'ਚ ਹੈ, ਜੋ ਸੁਹੱਪਣ ਸਾਦਗੀ ਦਾ ਉਹੀ ਨਾਲ ਨਿਭਣਾ। ਆ ਜੋ ਰੋਜ਼ ਦੀ ਰੋਜ਼ ਥੋੜ੍ਹਾ ਇੰਨਾ ਕੁਛ ਹੋ ਜਾਊਗਾ ਜੋ ਵਿਆਹ ਵਾਲੇ ਦਿਨ ਜਾਂ ਕਿਸੇ ਦਿਨ ਕਰ ਲਿਆ। ਤੁਹਾਡੇ ਨਾਲ ਨਿਭਣਾ ਉਹ ਹੈ ਜੋ ਤੁਹਾਡਾ ਅਸਲੀ ਰੂਪ ਹੈ, ਉਹ ਹੈ ਤੁਹਾਡੇ ਅੰਦਰ ਦਾ ਜੀਵਨ। ਬਹੁਤ ਸੋਹਣੇ ਲੋਕ ਵੇਖੇ ਦੁਨੀਆ ਦੇ ਵਿੱਚ, ਬੜੇ ਸੋਹਣੇ ਤੋਂ ਸੋਹਣੇ ਲੋਕ ਤੁਸੀਂ ਵੇਖੇ ਹੋਣਗੇ, ਪਰ ਕਈ ਤਾਂ ਇਲਾਕੇ ਹੀ ਇਹੋ ਜਿਹੇ ਆ ਜਿਹਦੇ ਵਿੱਚ ਲੋਕ ਜੰਮਦੇ ਹੀ ਸਰੀਰਕ ਤੌਰ 'ਤੇ ਸੋਹਣੇ ਆ। ਪਰ ਹੁਣ ਇਹ ਵੀ ਇੱਕ ਵੱਖਰੀ ਗੱਲ ਹੈ, ਸੁਹੱਪਣ ਵੀ ਦਰਅਸਲ ਬਾਹਰੀ ਰੂਪ 'ਚ ਨਹੀਂ, ਬੰਦੇ ਦੀ ਅੱਖ 'ਚ ਹੁੰਦਾ। ਅੰਨੇ ਦੇ ਲਈ ਕੋਈ ਸੋਹਣਾ ਨਹੀਂ ਕੋਈ। ਕਈ ਦੇਸ਼ ਐਸੇ ਹੈ ਜਿਹਦੇ ਵਿੱਚ ਹੁਣ ਤੁਸੀਂ ਮੰਨੋਗੇ, ਅਸੀਂ ਤੇ ਸਾਡੇ, ਕਿਉਂਕਿ ਸਾਡੇ ਲੋਕ, ਅਸੀਂ ਜਿਉਂ-ਜਿਉਂ ਪੂਰਬ ਵੱਲ ਆਈ ਜਾਂਦੇ ਲੋਕ, ਤਿਉਂ-ਤਿਉਂ ਉਹਨਾਂ ਸੂਰਜ ਦੇ ਨੇੜੇ ਹੋਣ ਕਰਕੇ ਉਹਨਾਂ ਦੇ ਜਿਹੜੇ ਪਿਛੋਕੜ ਆ ਰਹੇ ਜਿਹੜੇ ਸਾਡੇ ਸੈੱਲ ਹੈ ਉਹ ਇਸ ਤਰ੍ਹਾਂ ਦੇ ਹੋ ਗਏ ਕਿ ਸਾਡੇ ਲੋਕਾਂ ਦੇ ਆਮ ਤੌਰ 'ਤੇ ਜਿਹੜੇ ਰੰਗ ਹੈ ਕਣਕ ਵੰਨੇ ਆ। ਸਾਡੇ ਲੋਕਾਂ ਦੇ ਵਿੱਚ ਚਿੱਟੇ ਰੰਗ ਨੂੰ, ਚਿੱਟੀ ਚਮੜੀ ਨੂੰ ਵੱਲ ਬੜੀ ਖਿੱਚ ਹੈ। ਪਰ ਕਈ ਦੇਸ਼ਾਂ ਵਿੱਚ ਐਸੇ ਆ ਕਿ ਉਹਨਾਂ ਨੂੰ ਕਾਲੇ ਰੰਗ ਸੋਹਣੇ ਲੱਗਦੇ ਆ ਲੋਕਾਂ ਨੂੰ। ਉਹਨਾਂ ਨੂੰ ਗੋਰੇ ਲੋਕ ਜਾਂ ਚਿੱਟੇ ਲੋਕ ਨਹੀਂ ਪਸੰਦ ਲੱਗਦੇ, ਉਹਨਾਂ ਨੂੰ ਲੱਗਦੇ ਆਹ ਸੋਹਣੇ ਆ। ਕਈ ਪੁਰਾਣੇ ਟਾਈਮ ਵਿੱਚ ਚੀਨ ਦੀਆਂ ਦੇਖੋ ਤੁਸੀਂ, ਪੁਰਾਤਨ ਚੀਨ ਦੀਆਂ ਤੁਸੀਂ ਪੜ੍ਹ ਕੇ ਵੇਖੋ ਉਹਨਾਂ ਦੇ ਜੀਵਨ, ਉਹਨਾਂ ਦੇ ਉੱਥੇ ਕੀ ਸੀ ਲੋਕਾਂ ਦੇ, ਜਿਹੜੀ ਲੜਕੀ ਦੇ ਪੈਰ ਬਹੁਤ ਛੋਟੇ ਹੁੰਦੇ, ਜੰਮਦੀ ਦੇ ਛੋਟੀ ਜਿਹੀ ਦੇ ਲੋਹੇ ਦੇ ਬੂਟ ਪਵਾਇਆ ਕਰਦੇ ਜਾਂ ਲੱਕੜ ਦੇ ਪਾਉਣੇ, ਛੋਟੇ ਜਿਹੇ ਪੈਰ। ਉਹ ਔਰਤਾਂ ਦੇ ਪੈਰ ਜਿੰਨੇ ਛੋਟੇ ਹੋਣੇ ਸੁਹੱਪਣ ਦਾ ਕਾਰਨ ਮੰਨਿਆ ਜਾਂਦਾ ਸੀ। ਉਹਦੇ ਲਈ ਕਈ ਔਰਤਾਂ 'ਤੇ ਇੰਨੇ ਛੋਟੇ ਪੈਰ ਹੁੰਦੀਆਂ, ਆਪਣੀਆਂ ਪੈਰਾਂ 'ਤੇ ਵੀ ਨਹੀਂ ਖੜ੍ਹ ਪਾਉਂਦੀਆਂ ਸੀ। ਇੱਦਾਂ ਦਾ ਹੁੰਦਾ ਸੀ ਇਹ ਸੁਹੱਪਣ ਦਾ। ਕਦੇ ਕੋਈ ਸੁਹੱਪਣ ਦਾ ਕੋਈ ਅੰਤ ਆ? ਲੋਕ ਕੀ ਪਤਾ ਕਿਹੜੀ ਪਾਗਲਪਨ ਨੂੰ ਸੋਹਣਾਪਨ ਸਮਝ ਲੈਣ। ਇੱਥੇ ਲੋਕ ਧੁੰਨੀਆਂ ਬਣਾਈ ਫਿਰਨਗੇ। ਹੁਣ ਕਈ ਬੀਬੀਆਂ ਕੰਨ 'ਤੇ ਦੀਂਦੇ ਆਪਾਂ ਨੂੰ, ਕੰਨ 7-7 ਤਰ੍ਹਾਂ ਦੇ ਬਣਾ ਲੈਣਗੇ, ਨੱਕ ਬਣਾ ਲੈਣਗੇ, ਬੁੱਲ ਬਣਾ ਲੈਣਗੇ। ਇਹ ਕੋਈ ਗੱਲ ਥੋੜ੍ਹਾ ਹੈ। ਮਹਾਰਾਜ ਨੇ ਤਾਂ ਫਿਰ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ ਕਰਕੇ ਆਪਣੇ ਬਚਨਾਂ ਵਿੱਚ ਆਉਂਦਾ ਹੈ। ਇਸ ਲਈ ਸਾਧ ਸੰਗਤ ਜੀ, ਇਹਨਾਂ ਚੀਜ਼ਾਂ ਵਿੱਚ ਗੁਰੂ ਕਾ ਸਿੱਖ ਨਹੀਂ ਫਸਦਾ। ਗੁਰੂ ਕਾ ਸਿੱਖ ਸਾਬਤ ਸੂਰਤ ਦਸਤਾਰ ਸਿਰਾ ਰੱਖਦਾ ਹੈ। ਸਿਰ 'ਤੇ ਸੋਹਣੀ ਦਸਤਾਰ, ਸਾਬਤ ਸੂਰਤ। ਇੱਥੋਂ ਤੱਕ ਸਰੀਰ ਦੇ ਅੰਦਰ ਦੀ ਗੱਲ ਤੇ ਬਾਅਦ 'ਚ, ਪਹਿਲਾਂ ਰੋਮ ਬਾਹਰ ਆਉਂਦੇ, ਬਾਹਰ ਨਿਕਲਦੇ ਆ ਸਰੀਰ 'ਚੋਂ। ਮਹਾਰਾਜ ਕਹਿੰਦੇ ਰੋਮਾਂ ਨੂੰ ਵੀ ਹਿਲਾਉਣਾ ਨਹੀਂ, ਘਸਾਉਣਾ ਨਹੀਂ, ਪੱਟਣਾ ਨਹੀਂ, ਕੱਟਣਾ ਨਹੀਂ, ਸਾੜਨਾ ਨਹੀਂ, ਕਿਸੇ ਤਰੀਕੇ ਰੋਮਾਂ ਦੀ ਬੇਅਦਬੀ ਨਹੀਂ ਕਰਨੀ। ਫਿਰ ਸਾਫ ਸੁਥਰੇ ਰਹਿਣਾ, ਇਸ਼ਨਾਨ ਪਾਣੀ ਕਰਨਾ, ਸੰਭਾਲ ਕਰਕੇ ਜੋ ਪ੍ਰਮਾਤਮਾ ਨੇ ਰੂਪ ਦਿੱਤਾ ਉਹਨੂੰ ਸਾਂਭ ਕੇ ਰੱਖਣਾ। ਪਰ ਕਈ ਲੋਕ ਰੂਪ ਦਾ ਐਸਾ ਭੂਤ ਸਿਰ ਚੜ੍ਹ ਕੇ ਨੱਚਦਾ ਹੈ ਤੇ ਮਹਾਰਾਜ ਕਹਿੰਦੇ ਠੱਗੇ ਜਾਂਦੇ ਆ। ਫਿਰ ਜਾਤ, ਚੌਥਾ ਜਾਤ ਦਾ
ਭੂਤ ਹੈ, ਠੱਗ ਹੈ। ਜਾਤੀ ਨਾਲ, ਜਾਤੀ ਦਾ ਵਿਤਕਰਾ ਤੇ ਫਿਰ ਬਹੁਤ ਹੋਇਆ ਇਸ ਦੇਸ਼ ਵਿੱਚ, ਕਿ ਬਾਹਰਲੇ ਮੁਲਕਾਂ 'ਚ ਬਥੇਰਾ ਹੋਇਆ, ਹੁਣ ਵੀ ਹੁੰਦਾ ਜਾਤੀ ਦਾ, ਨਸਲ ਦਾ ਵਿਤਕਰਾ। ਐਵੇਂ ਲੱਗਦਾ ਸਾਨੂੰ। ਸਾਡੇ ਦੇਸ਼ ਵਿੱਚ ਤੇ ਵੱਡੇ ਵੱਡੇ ਭਗਤਾਂ ਨੂੰ, ਭਗਤ ਕਬੀਰ ਜੀ ਵਰਗੇ ਮਹਾਂਪੁਰਸ਼ਾਂ ਨੂੰ, ਬਾਬਾ ਰਵਿਦਾਸ ਜੀ ਵਰਗੇ ਮਹਾਂਪੁਰਸ਼ ਨੂੰ ਜਾਤੀ ਦਾ ਵਿਤਕਰਾ ਝੱਲਣਾ ਪਿਆ। ਬਾਬਾ ਨਾਮਦੇਵ ਜੀ ਨੂੰ ਤੇ ਜਾਤੀ ਦੇ ਨਾਂ ਦੇ ਉੱਤੇ ਮੰਦਿਰ 'ਚੋਂ ਧੱਕੇ ਮਾਰ ਦਿੱਤੇ, ਉਹਨਾਂ ਨੂੰ ਲਿਖਣਾ ਪਿਆ, ਹੀਨੜੀ ਜਾਤ ਮੇਰੀ ਜਾਤ ਮਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਮੈਨੂੰ ਧੱਕੇ ਮਾਰੇ ਸ਼ੀਂਬਾ ਕਹਿ ਕੇ ਚੱਲਣਾ ਪਿਆ। ਤਾਂ ਮਹਾਰਾਜ ਕਹਿੰਦੇ ਇਹ ਵੀ ਇੱਕ ਜਾਤ ਦਾ ਵੀ ਬਹੁਤ ਵੱਡਾ ਕੋੜ ਹੈ ਭਾਈ, ਜਾਤੀ ਦਾ ਅਹੰਕਾਰ। ਜਾਤੀਆਂ ਤੇ ਹੈ, ਜਾਤੀ ਤੇ ਸਾਡੇ ਆਪਣੇ ਸਰੀਰ ਦੀ ਹੈ। ਸਿਰ ਦੀ ਜਾਤੀ ਵੱਖਰੀ ਹੈ, ਅੱਖਾਂ ਦੀ ਵੱਖਰੀ ਹੈ, ਪੈਰਾਂ ਦੀ ਵੱਖਰੀ ਹੈ, ਹੱਥਾਂ ਦੀ ਵੱਖਰੀ ਹੈ, ਪਰ ਮਾਣ ਨਹੀਂ। ਕਦੇ ਪੈਰਾਂ ਨੇ ਸਿਰ ਨੂੰ ਕਦੇ ਅਹਿਸਾਸ ਹੋਣ ਦਿੱਤਾ ਵੀ ਤੁਹਾਡਾ ਵਜਨ ਮੇਰੇ ਉੱਤੇ ਹੈ, ਜਾਂ ਸਿਰ ਨੇ ਕਦੇ ਇਸ ਗੱਲ ਦਾ ਹੰਕਾਰ ਕੀਤਾ ਵੀ ਮੈਂ ਸਭ ਤੋਂ ਉੱਚਾ ਹਾਂ, ਮੈਂ ਸਵਰਨ ਜਾਤੀ ਹਾਂ, ਤੁਸੀਂ ਤੇ ਥੱਲੇ ਹੋ। ਹਾਲਾਂਕਿ ਭਾਈ ਗੁਰਦਾਸ ਜੀ ਦੇ ਕਹਿੰਦੇ ਆ, ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਉਂਦੇ। ਕਹਿੰਦੇ ਸਿਰ ਉੱਚਾ ਹੁੰਦਾ, ਪੈਰ ਸਭ ਤੋਂ ਨੀਵੇਂ ਹੁੰਦੇ, ਪਰ ਜਦੋਂ ਝੁਕਦਾ ਤੇ ਪੈਰਾਂ 'ਤੇ ਹੀ ਝੁਕਦਾ ਸਿਰ। ਜਦੋਂ ਕਿਸੇ ਦੇ ਸਿਰ ਰੱਖੀਦਾ, ਪੈਰਾਂ 'ਤੇ ਹੀ ਰੱਖੀਦਾ, ਮਹਾਤਮਾ ਮਹਾਂਪੁਰਸ਼ ਗੁਰੂ ਸਾਹਿਬ ਦੇ ਅੱਗੇ। ਇਸ ਲਈ ਸਰੀਰ ਦੇ ਵਿੱਚ ਵੀ ਸਾਧ ਸੰਗਤ ਜੀ ਸਵੈਗਤ ਭੇਦ ਹੁੰਦੇ ਆ, ਭੇਦ ਹੁੰਦੇ ਆ, ਪਰ ਇਹਨਾਂ ਦਾ ਮਾਣ ਨਹੀਂ ਹੁੰਦਾ। ਕਦੇ ਕਦੇ ਅੱਖਾਂ ਜੀਭ ਨੂੰ ਗਾਲਾਂ ਨਹੀਂ ਕੱਢਦੀਆਂ, ਜਾਂ ਅੱਖਾਂ ਦੇ ਵਿੱਚ ਜੀਭ ਦੇ ਪ੍ਰਤੀ ਕੋਈ ਇਸ ਤਰ੍ਹਾਂ ਦੀ ਫੀਲਿੰਗ ਨਹੀਂ ਆਉਂਦੀ ਸਾਡੀ ਸੁਰਤ ਵਿੱਚ ਵੀ ਅੱਖਾਂ ਤੋਂ ਜੀਭ ਹੈ ਜਿਹੜੀ ਨੀਵੀਂ ਹੈ, ਸਾਡੇ ਹੱਥ ਹੈ ਜਿਹੜੇ ਅੱਖਾਂ ਤੋਂ ਨੀਵੇਂ ਆ, ਜਾਂ ਜੀਭ ਤੋਂ ਨੀਵੇਂ ਆ, ਜਾਂ ਗਰਦਨ ਤੋਂ ਨੀਵੇਂ ਆ, ਜਾਂ ਸਾਡੇ ਨਾ, ਸਾਰਿਆਂ ਦੀ ਆਪੋ ਆਪਣੀ ਕਿਰਿਆ। ਇਹ ਨਿਰਵਾਣ ਹੋਣਾ ਇਹਨਾਂ ਚੀਜ਼ਾਂ ਤੋਂ। ਜਾਤੀਆਂ ਇਹ ਨਿਸ਼ਾਨੀਆਂ ਨੇ, ਚਿੰਨ੍ਹ ਨੇ ਵੱਖੋ ਵੱਖਰੇ। ਅਸੀਂ ਆਮ ਤੌਰ 'ਤੇ ਹਰੇਕ ਬੰਦੇ ਦਾ ਨਾਮ ਰੱਖਦੇ ਹਾਂ ਤਾਂ ਕਿ ਵੱਖਰਾ ਪਹਿਚਾਣ ਸਕੀਏ। ਇਹ ਸਮਾਜ ਨੂੰ ਕਹਿ ਲਓ ਇੱਕ ਵਿਵਸਥਾ ਦੇਣ ਲਈ ਇਹ ਜਾਤੀ ਬਣਾਈ ਸੀ ਕਿਸੇ ਸਮੇਂ ਜਦੋਂ ਬਣਾਈਆਂ ਸਨ, ਪਰ ਹੌਲੀ ਹੌਲੀ ਇਹਨਾਂ ਦੇ ਵਿੱਚ ਜਿਹੜਾ ਮਾਣ, ਅਹੰਕਾਰ ਅਤੇ ਨੀਵੇਂ ਨੂੰ ਆਪਣੀ ਜਾਤੀ ਦੀ ਘਿਰਣਾ ਪੈਦਾ ਹੋ ਗਈ, ਉਹ ਮਾੜੀ ਗੱਲ ਹੈ। ਬਾਬਾ ਰਵਿਦਾਸ ਜੀ ਤੇ ਕਹਿੰਦੇ ਮੈਨੂੰ ਕੋਈ ਘਿਰਣਾ ਨਹੀਂ ਮੇਰੀ ਜਾਤ ਨਾਲ। ਉਹ ਤੇ ਉੱਚੀ ਆਵਾਜ਼ ਵਿੱਚ ਐਲਾਨੀਆਂ ਕਹਿੰਦੇ ਆ, ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰੰ। ਇਹ ਲੋਕੋ ਦੁਨੀਆ ਵਾਲਿਓ, ਮੈਨੂੰ ਇਸ ਗੱਲ 'ਤੇ ਫਖਰ ਹੈ ਬਾਬਾ ਜੀ, ਬਾਬਾ ਰਵਿਦਾਸ ਜੀ ਕਹਿੰਦੇ ਮੇਰੀ ਜਾਤ ਪ੍ਰਗਟ ਤੌਰ 'ਤੇ ਕਹਿ ਰਿਹਾ ਮੈਂ ਚਮਾਰ ਹਾਂ। ਅੱਜ ਤੇ ਜੇ ਉੱਚੀ ਜਾਤੀ ਵਾਲੇ ਆਪਣੀ ਉੱਚੀ ਜਾਤ ਦਾ ਮਾਣ ਕਰਦੇ ਅਤੇ ਛੋਟੀ, ਜਿਹੜੇ ਆਪਣੇ ਆਪ ਨੂੰ ਛੋਟੀ ਕਹਿੰਦੇ, ਮੇਰੇ ਮਨ ਵਿੱਚ ਕੋਈ ਉੱਚੀ ਜਾਂ ਵੱਡੀ ਨਹੀਂ। ਉਂਝ ਤੁਹਾਡੇ ਅਨੁਸਾਰ ਦੱਸਦਾ, ਜਿਹੜੇ ਅਖੌਤੀ ਸ਼ਬਦ ਵਰਤਦੇ ਆ, ਅਖੌਤੀ ਉੱਚੀਆਂ ਜਾਤਾਂ ਵਾਲੇ, ਜੇ ਉਹ ਆਪਣੀ ਜਾਤ ਦਾ ਮਾਣ ਰੱਖਦੇ, ਅਤੇ ਜਿਹੜੇ ਆਪਣੇ ਆਪ ਨੂੰ ਅਖੌਤੀ ਛੋਟੀ ਜਾਤ ਵਾਲੇ ਕਹਾਉਂਦੇ, ਉਹ ਕਿਹੜਾ ਘਿਰਣਾ ਨਹੀਂ ਆਪਣੀ ਜਾਤੀ ਨਾਲ ਕਰਦੇ। ਕੋਈ ਉਹਨਾਂ ਨੂੰ ਨੀਵੀਂ ਜਾਤ ਨਾਲ ਸੰਬੋਧਨ ਕਰ ਦੇਵੇ ਅਤੇ ਉਹਦੇ ਉੱਤੇ ਪਰਚਾ ਕਰਾ ਦਿੱਤਾ ਜਾਂਦਾ, ਇਹਨੇ ਮੈਨੂੰ ਜਾਤੀ ਸੂਚਕ ਨਾਮ ਨਾਲ ਆਖਿਆ। ਕਿਉਂ? ਤੁਹਾਨੂੰ ਕਿਉਂ ਨਹੀਂ ਫਕਰ ਕਿ ਜੋ ਮੇਰੀ ਜਾਤ ਹੈ, ਬਾਬਾ ਰਵਿਦਾਸ ਜੀ ਨੇ ਆਖਿਆ ਉਹ ਮੇਰੀ ਜਾਤ ਹੈ, ਤੇ ਹੈ ਫਿਰ ਇਹ ਕੀ ਆ, ਜਨਮ ਲੈ ਲਿਆ। ਬਾਬਾ ਕਬੀਰ ਜੀ ਉੱਚੀ ਆਵਾਜ਼ ਵਿੱਚ ਕਹਿੰਦੇ ਆ, ਕਬੀਰ ਮੇਰੀ ਜਾਤ ਕੋ ਸਭ ਕੋ ਹਸਨਿਹਾਰ, ਬਲਿਹਾਰੀ ਇਹ ਜਾਤ ਕੋ ਜਿਨ ਜਪਿਆ ਸਿਰਜਨਹਾਰ। ਕਬੀਰ ਜੀ ਕਹਿੰਦੇ ਮੇਰੀ ਜਾਤ 'ਤੇ ਲੋਕ ਹੱਸਦੇ ਤੇ ਹੱਸਦੇ ਪਏ ਰਹਿਣ, ਪਰ ਜਾਤ ਜੁਲਾਹਾ ਮੱਤ ਕਾ ਧੀਰ, ਸਹਿਜ ਸਹਿਜ ਗੁਣ ਰਮੈ ਕਬੀਰ। ਕਬੀਰ ਜੀ ਕਹਿੰਦੇ ਮੈਨੂੰ ਕੋਈ ਇਸ ਗੱਲ ਦਾ ਨਹੀਂ, ਮੇਰੀ ਜਾਤ ਜੁਲਾਹਾ ਹੀ ਠੀਕ ਹੈ। ਇਸ ਲਈ ਇਹ ਜਾਤੀ ਦਾ ਜਿਹੜਾ ਹੈ ਸਾਧ ਸੰਗਤ, ਇਹ ਵੀ ਬਹੁਤ ਵੱਡਾ ਇੱਕ ਕਹਿ ਲਓ ਕਿ ਠੱਗ ਹੈ। ਜੋਬਨ ਜਵਾਨੀ ਦਾ ਤਾਂ ਫਿਰ ਕਹਿਣ ਦਾ ਵਕਤ ਹੀ ਨਹੀਂ। ਜਦੋਂ ਜਵਾਨੀ ਆਉਂਦੀ ਹੈ, ਉਮਰ ਦਾ ਹੁੰਦਾ 16, 17, 18 ਸਾਲ। ਅੱਜ ਕੱਲ੍ਹ ਥੋੜ੍ਹਾ ਜਿਹਾ ਉਦੋਂ ਵੀ ਥੱਲੇ 14, 15 ਕੁ ਸਾਲਾਂ ਤੋਂ ਜਦੋਂ ਲੜਕੇ ਦੀ ਉਮਰ ਸ਼ੁਰੂ ਹੁੰਦੀ ਹੈ, ਫਿਰ 30 ਕੁ ਸਾਲ ਤੱਕ ਉਹ ਫਿਰ ਧਰਤੀ 'ਤੇ ਪੈਰ ਨਹੀਂ ਰੱਖਦਾ। ਉਹਦੇ ਮਾਪੇ ਜੋ ਕੁਝ ਉਹਨੂੰ ਕਹਿੰਦੇ, ਉਹ ਬਾਪੂ ਨੂੰ ਫਿਰ ਕਹਿੰਦਾ, ਬਾਪੂ ਤੇਰੇ ਵਾਲਾ ਟਾਈਮ ਬਦਲ ਗਿਆ, ਹੁਣ ਉਹ ਜ਼ਮਾਨਾ ਨਹੀਂ ਰਿਹਾ। ਪਰ ਮੈਂ ਇਸ ਚੀਜ਼ ਨੂੰ ਅਨੁਭਵ ਕੀਤਾ, ਬਜ਼ੁਰਗਾਂ ਕੋਲੋਂ ਰਹਿ ਕੇ ਬੈਠ ਕੇ ਉਹਨਾਂ ਕੋਲੋਂ ਦੇਖਿਆ। ਉਹ ਦੱਸਦੇ ਆ ਬਜ਼ੁਰਗ, ਕਹਿੰਦੇ ਪੁੱਤ ਟਾਈਮ ਟੂਮ ਨਹੀਂ ਬਦਲਦਾ। ਜਦੋਂ ਅਸੀਂ ਸੀ, ਅਸੀਂ ਵੀ ਆਪਣੇ ਬਾਪੂ ਹੋਣਾ ਨੂੰ ਇੱਦਾਂ ਹੀ ਕਹਿੰਦੇ ਸੀ, ਤੁਹਾਡੇ ਵਾਲਾ ਟਾਈਮ ਚੱਲ ਗਿਆ। ਪਰ ਜਦੋਂ ਇਹ ਸਾਡੇ ਵਾਲੀ ਥਾਂ 'ਤੇ ਆਉਣਗੇ, ਇਹ ਆਪਣੇ ਨਿਆਣਿਆਂ ਨੂੰ ਇਹ ਸਿੱਖਿਆ ਦੇਣਗੇ, ਉਹ ਇੱਦਾਂ ਕਰ ਲਿਆ ਕਰੋ, ਇੱਦਾਂ ਕਰ ਲਿਆ ਕਰੋ। ਉਦੋਂ ਇਹਨਾਂ ਦੇ ਨਿਆਣਿਆਂ ਨੇ ਕਹਿਣਾ।
ਤਾਂ ਇਹ ਉਮਰ ਹੁੰਦੀ ਹੈ ਜਵਾਨੀ ਦੀ। ਵੀ ਬਿਰਲਾ ਗੁਰਮੁਖ ਇਸ ਜਵਾਨੀ ਵਿੱਚ ਪੈਰ ਰੱਖਦਿਆਂ ਸਮਝਦਾ ਸਹੀ ਪਾਸੇ ਲੱਗਦਾ, ਨਹੀਂ ਤਾਂ ਫਿਰ ਇਹਨੂੰ ਕਹਿ ਲਓ ਸਾਧ ਸੰਗਤ ਜੀ ਗੋਲਡਨ ਲਾਈਫ ਕਹਿ ਲਓ। ਇਹ ਜ਼ਿੰਦਗੀ ਦਾ ਐਸਾ ਸਮਾਂ ਜਿਹੜੇ ਪਾਸੇ ਲਾ ਦਿੱਤਾ, ਬੰਦਗੀ 'ਚ ਬਾਣੀ ਪੜ੍ਹਨ ਵਾਲੇ ਪਾਸੇ ਲਾ ਦਿਓ ਤਾਂ ਉੱਧਰਲਾ ਖਜ਼ਾਨਾ ਤੁਹਾਡੇ ਕੋਲ ਹੋ ਜਾਏਗਾ, ਹੋਰ ਪਾਸੇ ਲਾ ਦਿਓ ਹੋਰ ਤੁਹਾਡੇ ਅੰਦਰ ਸੰਸਕਾਰ ਬਣ ਜਾਣਗੇ। ਮਹਾਰਾਜ ਕਹਿੰਦੇ ਜੋਬਨ ਜਵਾਨੀ 'ਚ ਵਹਿ ਜਾਣਾ ਵਿਕਾਰਾਂ ਵਾਲੇ ਪਾਸੇ, ਇਹ ਵੀ ਇੱਕ ਤਰ੍ਹਾਂ ਦਾ ਠੱਗ ਹੈ ਜੋਬਨ ਵੀ। ਇੰਨੀ ਠੱਗੀ ਜੱਗ ਠੱਗਿਆ। ਮਹਾਰਾਜ ਕਹਿੰਦੇ ਪੰਜੇ ਠੱਗ ਨੇ, ਇਹ ਠੱਗਾਂ ਨੇ ਜੱਗ ਨੂੰ ਠੱਗ ਲਿਆ। ਕਿੰਨਾ ਇਹਨਾਂ ਰੱਖੀ ਲੱਜ, ਕਿਸੇ ਨੇ ਵੀ ਲੱਜ ਇੱਜ਼ਤ ਨਹੀਂ ਰੱਖੀ ਭਾਈ, ਜਿਹੜਾ ਇਹਨਾਂ ਦੇ ਵਹਾਅ ਵਿੱਚ ਵਹਿ ਗਿਆ। ਇੰਨਾ ਠੱਗਨ ਠੱਗ ਸੇ, ਪਰ ਅਸਲ ਠੱਗ ਜਣੀ ਸਿਆਣੇ ਸਮਝਦਾਰ ਉਹ ਨੇ ਜਿਹੜੇ ਇਹਨਾਂ ਪੰਜਾਂ ਉੱਤੇ ਦੱਸੇ ਰਾਜ ਦੇ ਵਿੱਚ ਰਹਿ ਕੇ ਵੀ ਰਾਜ ਦੇ ਹੰਕਾਰ ਨੂੰ ਠੱਗ ਲੈਣ, ਮਾਲ ਹੁੰਦਿਆਂ ਵੀ ਮਾਲ ਧਨ ਦਾ ਮਾਣ ਛੱਡ ਦੇਣ, ਰੂਪ ਹੁੰਦਿਆਂ ਵੀ, ਜਾਤੀ ਉੱਚੀ ਹੁੰਦਿਆਂ ਵੀ, ਜੋਬਨ ਜਵਾਨੀ ਉਮਰ ਵਿੱਚ ਵੀ ਇਹਨਾਂ ਠੱਗਾਂ ਤੋਂ ਬਚ ਜਾਣ। ਉਹਨਾਂ ਨੇ ਇਹਨਾਂ ਠੱਗਾਂ ਨੂੰ ਵੀ ਠੱਗ ਲਿਆ ਸਮਝੋ। ਇੰਨਾ ਠੱਗਨ ਠੱਗ ਸੇ ਜੇ ਗੁਰ ਕੀ ਪੈਰੀ ਪਾਹੇ। ਪਰ ਇਹਨਾਂ ਤੋਂ ਬਚਦਾ ਉਹੀ ਹੈ ਸਾਧ ਸੰਗਤ ਜੀ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਏ। ਉਹੀ ਰਾਜ ਹੁੰਦਿਆਂ ਵੀ, ਮਾਲ ਹੁੰਦਿਆਂ ਵੀ, ਰੂਪ ਸੋਹਣਾ ਹੁੰਦਿਆਂ ਵੀ, ਉੱਚੀ ਜਾਤੀ ਹੁੰਦਿਆਂ ਵੀ, ਜਵਾਨੀ ਹੁੰਦਿਆਂ ਵੀ ਸਾਧ ਸੰਗਤ ਇਹਨਾਂ ਤੋਂ ਬਚ ਜਾਂਦਾ ਹੈ। ਪਰ ਉਹ ਜਿਹੜੇ ਗੁਰੂ ਦੀ ਚਰਨੀ ਪੈਂਦੀ ਹਨ। ਨਾਨਕ ਕਰਮਾਂ ਬਾਹਰੇ ਹੋਰ ਕਿਤੇ ਮੁੱਠੇ ਜਾਹੇ। ਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਕਰਮ ਮਾੜੇ ਆ, ਨਿਸ਼ਕਾਮ ਕਰਮ ਨਹੀਂ, ਗੁਰੂ ਦੇ ਅਨੁਸਾਰੀ ਜੀਵਨ ਦੇ ਕਰਮ ਨਹੀਂ ਕੀਤੇ, ਉਹ ਮੰਦ ਭਾਗੇ ਲੋਕ ਕਹਿੰਦੇ ਕਿੰਨੇ ਹੀ ਇਹਨਾਂ ਪੰਜਾਂ ਦੇ ਵਸ ਪੈ ਕੇ ਠੱਗੇ ਜਾਂਦੇ ਆ ਔਰ ਖੁਆਰ ਹੁੰਦੇ ਹਨ। ਪੌੜੀ ਪੜ੍ਹਿਆ ਲੇਖੇਦਾਰ ਲੇਖਾ ਮੰਗੀਐ। ਪੜ੍ਹਿਆ ਲਿਖਿਆ ਸਿਆਣਾ ਬੀਨਾ ਚਤੁਰ ਵਿਦਵਾਨ ਵੀ ਹੋਵੇ ਕੋਈ, ਤੇ ਮਹਾਰਾਜ ਕਹਿੰਦੇ ਉਹ ਵੀ ਉਹਦਾ ਵੀ ਲੇਖਾ ਹੋਣਾ, ਲੇਖਾ ਮੰਗਿਆ ਜਾਏਗਾ। ਇਸ ਲਈ ਭਾਈ ਸਮਝ ਕੇ ਆਪਣਾ ਕੰਮ ਕਰੋ। ਪੜ੍ਹ ਲਿਖ ਕੇ ਵੀ ਸਿਆਣੇ ਬਣਨਾ ਲਾਜ਼ਮੀ ਹੈ। ਪੜ੍ਹੇ ਲਿਖੇ ਹੋਣਾ ਸਿਆਣਪ ਦਾ ਸਬੂਤ ਨਹੀਂ। ਸਿਆਣਪ ਤਾਂ ਹੈ ਜੇ ਪੜ੍ਹਾਈ ਪੜ੍ਹੀ ਲਿਖੀ ਹੈ ਜਿਹੜੀ ਉਹਨੂੰ ਕਿਸੇ ਪਰਉਪਕਾਰ 'ਚ ਲਿਆਂਦਾ ਜਾਏ। ਇਸ ਲਈ ਮਹਾਰਾਜ ਕਹਿੰਦੇ ਬਿਨ ਨਾਮ ਹੈ ਕੂੜਿਆਰ ਔਖਾ ਤੰਗੀ ਹੈ। ਨਾਮ ਤੋਂ ਬਿਨਾਂ ਝੂਠਾ ਹੀ ਹੈ ਬੰਦਾ, ਔਖਾ ਹੋਏਗਾ, ਤੰਗ ਹੋਏਗਾ। ਨਾਮ ਜਪਣਾ ਲਾਜ਼ਮੀ ਹੈ। ਜਿੰਨੀ ਮਰਜ਼ੀ ਪੜ੍ਹਾਈ ਵਿੱਦਿਆ ਗਿਆਨ ਸਮਝ ਹੋਵੇ, ਨਾਮ ਤੋਂ ਬਿਨਾਂ ਉਰਾਸ ਨਹੀਂ ਆਉਂਦੇ ਸਾਧ ਸੰਗਤ ਜੀ। ਔ ਘੱਟ ਰੁੱਦੇ ਰਾਹ ਗਲੀਆਂ ਰੋਕੀਆਂ। ਗੁਰੂ ਜੀ ਕਹਿੰਦੇ ਔਖੇ ਰਸਤੇ ਹੈ, ਜਦੋਂ ਲੰਘਣਾ ਪੈਣਾ ਨਾ ਪ੍ਰਲੋਕ ਦੇ ਵਿੱਚ ਵੈਤਰਨੀ ਨਦੀ ਵਾਲਾ ਰਸਤਾ, ਜਿਹੜੇ ਔਖੇ ਰਾਹ ਉੱਥੇ ਜਮਾਂ ਨੇ ਗਲੀਆਂ ਰੋਕ ਲੈਣੀਆਂ। ਜਾਂ ਜਦੋਂ ਇਹਨਾਂ ਜਵਾਨੀ ਵਿੱਚ ਦੀ ਲੰਘਣਾ, ਮਾਲ ਦਾ ਜ਼ੋਰ ਬੰਦੇ ਉੱਤੇ ਪੈਣਾ, ਅਤੇ ਫਿਰ ਤ੍ਰਿਸ਼ਨਾ ਇਤਿਆਦਿਕ ਨੇ ਗਲੀਆਂ ਨੂੰ ਸੁਰਤਦੀਆਂ ਨੂੰ ਰੋਕ ਲੈਣਾ। ਉਦੋਂ ਫਿਰ ਫਸਾ ਲੈਂਦੀਆਂ ਆਮ ਤੌਰ 'ਤੇ। ਸੱਚਾ ਵੇ ਪਰਵਾਹੋ ਸ਼ਬਦ ਸੰਤੋਖੀਆਂ। ਸੱਚਾ ਪ੍ਰਮਾਤਮਾ ਵੇ ਪ੍ਰਵਾਹ ਹੈ, ਪਰ ਜਿਹੜੇ ਸੰਤੋਖੀ ਲੋਕ ਗੁਰਮੁਖ ਜਨ ਸ਼ਬਦ ਨਾਲ ਜੁੜਦੇ ਉਹਨੂੰ ਪ੍ਰਾਪਤ ਕਰ ਲੈਂਦੇ ਹਨ। ਗਹਿਰ ਗੰਭੀਰ ਅਥਾਹੋ ਹਾਥ ਨਾ ਲੱਭਈ। ਉਹ ਪ੍ਰਮਾਤਮਾ ਗਹਿਰ ਬੜਾ ਡੂੰਘਾ ਹੈ, ਗੰਭੀਰ, ਬਹੁਤ ਬਹੁਤ ਗੰਭੀਰ ਹੈ, ਚੰਚਲ ਨਹੀਂ ਹੈ, ਅਥਾਹ ਪਰੇ ਤੋਂ ਪਰੇ ਹੈ। ਹਾਥ ਨਾਲ ਲੱਭੀ, ਉਹਦਾ ਅੰਤ ਨਹੀਂ ਕੋਈ ਪਾ ਸਕਦਾ। ਚਲਾਕੀ ਨਾਲ, ਰਾਜ ਨਾਲ, ਮਾਲ ਨਾਲ, ਰੂਪ ਨਾਲ ਨਾ। ਮੋਹੇ ਚੋਟਾਂ ਖਾਹੋ ਵਿਣ ਗੁਰ ਕੋਏ ਨਾ ਛੁੱਟ ਸੀ। ਗੁਰੂ ਤੋਂ ਬਿਨਾਂ ਤੇ ਮੂੰਹ 'ਤੇ ਚੋਟਾਂ ਪੈਂਦੀਆਂ ਸਾਧ ਸੰਗਤ, ਮਨ ਦੇ ਉੱਤੇ ਚੋਟਾਂ ਪੈਂਦੀਆਂ, ਜ਼ਿੰਦਗੀ ਜੀਵਨ ਰਸਤੇ ਦੇ ਉੱਤੇ ਥਾਂ ਥਾਂ ਚੋਟਾਂ ਪੈਂਦੀਆਂ। ਗੁਰੂ ਤੋਂ ਬਿਨਾਂ ਛੁਟਕਾਰਾ ਔਖਾ ਹੀ ਹੈ। ਇਹਨਾਂ ਠੱਗਾਂ ਤੋਂ ਬਚਿਆ ਨਹੀਂ ਜਾ ਸਕਦਾ। ਪਤ ਸੇਤੀ ਘਰ ਜਾਹੋ ਨਾਮ ਵਖਾਣੀਐ। ਜੇ ਨਾਮ ਜਪ ਲਈਏ, ਵਾਹਿਗੁਰੂ ਗੁਰਮੰਤਰ ਨਾਲ ਜੁੜ ਜਾਈਏ, ਗੁਰੂ ਵਾਲੇ ਬਣ ਜਾਈਏ, ਤੇ ਇੱਜ਼ਤ ਨਾਲ ਆਪਣੇ ਘਰ ਜਾਇਆ ਜਾ ਸਕਦਾ ਹੈ ਪ੍ਰਲੋਕ ਵਿੱਚ। ਹੁਕਮੀ ਸਾਹ ਗਿਰਾਹ ਦੇਂਦਾ ਜਾਣੀਐ। ਮਹਾਰਾਜ ਕਹਿੰਦੇ ਜਦੋਂ ਗੁਰੂ ਵਾਲੇ ਬਣ ਕੇ ਇਸ ਗੱਲ ਨੂੰ ਜਾਣ ਲਈਏ ਕਿ ਉਹ ਵਾਹਿਗੁਰੂ ਅਕਾਲ ਪੁਰਖ ਜ਼ਿੰਦਗੀ ਦਾ ਮਾਲਕ ਹੈ, ਸਾਹ ਦਿੰਦਾ ਹੈ, ਗਿਰਾ ਰੋਟੀ ਦਿੰਦਾ ਹੈ, ਰੋਜੀ ਦਿੰਦਾ ਹੈ,
ਉਹ ਦੇਣ ਵਾਲੇ ਨੂੰ ਜਾਣੀਏ, ਉਧਰ ਨੂੰ ਬੰਦਾ ਲੱਗ ਜਾਏ ਤੇ ਉਹਦੇ ਲੋਕ ਸੁਖੀਏ, ਪਰਲੋਕ ਸੁਹੇਲੇ ਹੋ ਜਾਂਦੇ ਹਨ। ਇਹ ਗੁਰੂ ਜੀ ਨੇ ਇੱਥੇ 23ਵੀਂ ਪੌੜੀ ਅਤੇ ਉਸਦੇ ਸ਼ਲੋਕਾਂ ਵਿੱਚ ਇਹ ਬਖਸ਼ਿਸ਼ ਕੀਤੀ ਹੈ, ਅਸੀਂ ਸਰਵਣ ਕੀਤੀ ਹੈ। ਸਮੇਂ ਦੀ ਸਮਾਪਤੀ ਹੋਈਆਂ ਭੁੱਲਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਆਓ ਜੀ ਆਪਾਂ ਹੁਣ ਗੁਰੂ ਸਾਹਿਬ ਦੇ ਪਾਵਨ ਪਵਿੱਤਰ ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਕਰਾਂਗੇ। ਇਸ ਲਈ ਆਖਰੀ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ। ਪਤ ਸੇਤੀ ਘਰ ਜਾਹੋ ਨਾਮ ਵਖਾਣੀਐ, ਹੁਕਮੀ ਸਾਹ ਗਿਰਾਹ ਦੇਂਦਾ ਜਾਣੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।